वाहिगुरु जी का खालसा वाहिगुरु जी की फतेह। दीना बंधु शब्द रत्नागर साहिब श्री गुरु ग्रंथ साहिब जियां की पावन हजूरी विच बड़ी ही श्रद्धा के नाल शाम के दीवाना विच आप जी जुड़ बैठे हो। भागा भरिया समा गुरु कृपा सदका प्राप्त होया है। आओ इस वक्त नूं सतगुरां दे प्यार विच सफला बनाइए। गुर इतिहास के पावन प्रसंगां विच परसों आप जी ने सरवण कीता सी। परिपूर्ण परमात्मा गुरु नानक साहब सच्चे पातशाह जी जिन्हां दे अदब दे विच बेबे नानकी जी चौंकड़ा ला के बैठे ने। रात भर बेनतियां कीतियां, अर्जा गुजारियां। एक पूर्ण भरोसा है सच्चे पातशाह जे साडा विश्वास आप जी ते अटल है, ये तुसीं जानदे हो। जे साडी भावना सच्ची है ते सवेर होंदियां प्रगट हो। ये प्रेम की कसवटी है बहुत वड्डी, जिस विच अपने आप नूं औगणा दा भरिया साबित कीता ते उस निरंकार नूं गुणां दा सागर। ये बेनती बड़ी हलीमी दे विच है। ये पावन अर्जा सारी रात भैण नानकी करते रहे। अमृत वेले का समा हो गया है। रात भर नमस्कारां करते ने, अरदासां करते ने, फिर मत्था टेकते ने धरती ते। इक्को ही अर्ज है, पातशाह लाज रख लो, पत कज लो साडी। ते ये अरदास गुरु नानक साहब जी के चरणों में बार बार पहुंच रही है। इतों तक आप जी ने पावन पवित्र प्रसंगां नूं सरवण कीता है। आओ एक बार फिर सुरत करके चलिए सुल्तानपुर लोधी दी ओ पावन धरती, जिथे आप वो वाहिगुरु परमात्मा रब चूज वर्ता रहे हैं। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री सो सुल्तानपुरे उन श्री गुर जात भाई प्रभ पासे। इधर सुल्तानपुर की पावन धरती ते एक दुखा का आलम है। वो लोग सतगुरां दे बारे नहीं जानते गुरु साहब किथे ने। हाहाकार मची हुई है सरकार के अमले तो लेके परिवार तक, हर शख्स दुखी है। एक सतगुरां दे भैण बेबे नानकी जी चौंकड़ा ला के एक यकीन विच बैठे ने भी गुरु साहब जरूर आउणगे। इधर ते सुल्तानपुर की धरती ते दो प्रकार की विरती है। भैण नानकी जी भरोसे विच बैठे ने, दुनिया रोंदी है हुण कदे नहीं मिलणगे। और तीजे पासे गुरु नानक साहब सच्चे पातशाह उस निरंकार परमात्मा की हजूरी विच पहुंचेगा, जिन्हों सचखंड आखदे ने।
ਆਨੰਦ ਕੰਦ ਪਿਖਿਓ ਕਰ ਬੰਦ ਕਹੀ ਅਬ ਬੰਧਨ ਡੰਡ ਸੰਕਾਸੀ। ਜਿਸ ਸੱਚਖੰਡ ਦਾ ਵਿਸਥਾਰ ਆਪ ਜੀ ਨੇ ਪਰਸੋਂ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ, ਉਹ ਹੈ ਕੈਸਾ ਹੈ? ਵੱਡੇ ਤਖਤ ਤੇ ਅਕਾਲ ਪੁਰਖ ਪਰਮਾਤਮਾ ਆਪ ਸੁਭਾਏਮਾਨ ਨੇ, ਚਾਰੇ ਤਰਫ ਦਰਬਾਂਚੀ ਖੜੇ ਆ, ਸੰਤ ਭਗਤ ਸਾਧੂ ਮਹਾਂਪੁਰਖ। ਇਸ ਸੱਚਖੰਡ ਵਿੱਚ ਪਰਮਾਤਮਾ ਜੀ ਦੇ ਸਨਮੁਖ ਚੌਂਕੜਾ ਲਾ ਕੇ ਬੈਠੇ ਆ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦਹਲੀਜ਼ ਤੇ ਆਏ, ਉਸ ਸੱਚਖੰਡ ਦੀ ਦਹਲੀਜ਼ ਤੇ ਦਰਵਾਜ਼ੇ ਤੇ ਗੁਰੂ ਸਾਹਿਬ ਨੇ ਡੰਡੌਤ ਕੀਤੀ, ਲੰਮਿਆਂ ਪੈ ਕੇ। ਡੰਡੌਤ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਸਰੀਰ ਦੇ 8 ਅੰਗ ਧਰਤੀ ਤੇ ਲੱਗਦੇ ਹੋਣ। ਦੰਡਵਤ, ਡੰਡੇ ਵਾਂਗ ਜਦੋਂ ਨਮਸਕਾਰ ਕੀਤੀ, ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਸਾਹਿਬ ਨੂੰ ਵੇਖ ਖੜੇ ਹੋ ਗਏ, ਹੱਥ ਜੋੜੇ। ਆਓ ਨਾਨਕ ਜੀ, ਤੁਹਾਨੂੰ ਪ੍ਰਣਾਮ ਹੈ। ਮੰਦ ਹੈ ਮੰਦ ਮਰਿੰਦੰ ਮੁਸਕਾਈ ਧਿਆਨ ਜੋਗਿੰਦਨ ਕੇ ਨਿਤ ਬਾਸੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਵੇਖ ਕੇ ਅਕਾਲ ਪੁਰਖ ਪਾਰ ਬ੍ਰਹਮ ਖੁਸ਼ ਹੋਏ, ਪ੍ਰਸੰਨ ਹੋਏ। ਹੈ ਤੇ ਰੂਪ ਗੁਰੂ ਸਾਹਿਬ ਦੇ ਹੀ ਆ, ਇੱਕ ਸਰਗੁਣ ਰੂਪ ਹੈ, ਇੱਕ ਨਿਰਗੁਣ ਰੂਪ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਦੇਸ਼ ਆਦੇਸ਼ ਆਦੇਸ਼। ਪਾਪ ਬੰਦਨਾ ਹੈ, ਤਨ ਕਰਕੇ ਨਮਸਕਾਰ ਹੈ, ਮਨ ਕਰਕੇ ਪ੍ਰਣਾਮ ਹੈ, ਦੁਨੀਆ ਦੀ ਦੌਲਤ ਕਰਕੇ। ਜਿਸ ਦੇ ਪਰਥਾਏ ਸਤਿਗੁਰ ਲਿਖਦੇ ਨੇ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜੁਗਾਂ ਜੁਗਾਂ ਵਿੱਚ ਲੱਖਾਂ ਵੇਸ ਧਾਰਨ ਵਾਲਾ ਨਿਰੰਕਾਰ, ਜੋ ਆਦ ਕਾਲ ਤੋਂ ਲੈ ਕੇ ਸਦਾ ਹੀ ਸੱਚਾ ਹੈ, ਤੈਨੂੰ ਬੰਦਨਾ ਹੈ, ਪ੍ਰਣਾਮ ਹੈ। ਤੇ ਗੁਰੂ ਸਾਹਿਬ ਦੀ ਰਸਨਾ ਤੋਂ ਸੁਣ ਕੇ ਅਕਾਲ ਪੁਰਖ ਕਹਿੰਦੇ ਨਾਨਕ ਜੀ ਪ੍ਰਣਾਮ, ਸਜਦਾ ਹੈ। ਕਿੱਡੀ ਵੱਡੀ ਸ਼ਖਸੀਅਤ ਹੋਣਗੇ ਜਿਨ੍ਹਾਂ ਨੂੰ ਨਿਰਾਕਾਰ ਸਰੂਪ ਵੀ ਅੱਗੋਂ ਬੰਦਨਾ ਕਰਦੇ ਨੇ। ਬੈਨ ਭਨੇ ਗੁਣੈਨ ਪਰਮੇਸ਼ਰ, ਆਵੋ ਨਾਨਕ ਨਾਮ ਬਿਲਾਸੀ। ਉਸ ਵੇਲੇ ਅਕਾਲ ਪੁਰਖ ਜੀ ਦਾ ਪਹਿਲਾ ਬਚਨ ਸੀ, ਸੁਭਾਵਕ ਰਸਨਾ ਤੋਂ ਗੁਣਾਂ ਦੀ ਖਾਨ ਆਖਣ ਲੱਗੇ, ਆਓ ਨਾਨਕ ਜੀ ਕਿਵੇਂ ਆਉਣਾ ਹੋਇਆ। ਇਹ ਕਵੀ ਜੀ ਨੇ ਬੜੇ ਪਿਆਰ ਦਾ ਸੰਦਰਭ ਪੇਸ਼ ਕੀਤਾ ਹੈ। ਗੁਰੂ ਨਾਨਕ ਸਾਹਿਬਾਂ ਦੇ ਗਲ ਵਿੱਚ ਪੱਲਾ ਪਾਇਆ, ਦੋਨੇ ਹੱਥ ਜੋੜੇ ਹੋਏ ਆ। ਨਿਬਾਣਿਆਂ ਦੇ ਮਾਣ ਨੇ, ਨਿਤਾਣਿਆਂ ਦੇ ਤਾਣ ਨੇ, ਨਿਉਟਿਆਂ ਦੀ ਓਟ ਨੇ, ਪਰਦਾਸਾਂ ਦੇ ਦਾਸ ਨੇ। ਹਮੇਸ਼ਾ ਜਿਨ੍ਹਾਂ ਨੇ ਬਾਣੀ ਵਿੱਚ ਆਪਣੇ ਆਪ ਨੂੰ ਦਾਸ ਗਿਣਿਆ, ਨਾਨਕ ਗਰੀਬ ਢਹਿ ਪਿਆ ਦੁਆਰੇ, ਮੇਲ ਹੋ ਸ਼ਰਨਾਈ। ਰੱਬਾ ਮੇਰਿਆ, ਮੈਂ ਤੇਰੇ ਦਰਵਾਜ਼ੇ ਤੇ, ਤੇਰੀ ਦਹਲੀਜ਼ ਤੇ ਡਿੱਗਿਆ ਢਹਿਆ, ਮੇਰਾ ਤੇਰੇ ਬਿਨਾ ਕੋਈ ਨਹੀਂ। ਐਸੀ ਨਿਮਰਤਾ ਦੇ ਜੇ ਬੋਲੇ ਤੇ ਗੁਰੂ ਨਾਨਕ ਸਾਹਿਬ ਦੇ ਅਕਾਲ ਪੁਰਖ ਜੀ ਬੜੇ ਪਿਆਰ ਚ ਵੇਖਦੇ ਆ, ਪਿਆਰ ਦੇ ਬਚਨ ਚੱਲੇ ਆ। ਇਹ ਸੱਚਖੰਡ ਦੀ ਵਾਰਤਾ ਦਾ ਬਿਆਨ ਭਾਈ ਬਾਲਾ ਜੀ ਕਰਦੇ ਨੇ। ਕਾਰਨ य ਅਵਤਾਰ ਧਰਿਓ ਭਵ, ਕਾਰਜ ਜਾਈ ਕਰੋ ਅਬ ਸੋ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਉਹ ਆਪ ਜੀ ਨੇ ਯਾਦ ਕੀਤਾ ਸੀ, ਤੁਹਾਡਾ ਸੁਨੇਹਾ ਮਿਲਿਆ ਸੀ ਵਰਨ ਦੇਵਤੇ ਦਾ, ਸਿੱਧਾ ਵੀ ਸੁਨੇਹਾ ਆਇਆ ਭਵਿੱਖ। ਜਦੋਂ ਆਕਾਸ਼ਬਾਣੀ ਹੋਈ, ਚੱਲ ਗਏ ਅਕਾਲ ਜੀ ਹੱਸ ਕੇ ਕਹਿੰਦੇ, ਤੁਸੀਂ ਮੇਰਾ ਰੂਪ ਹੋ, ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ। ਮੈਂ ਆਪਣੀ ਅੰਸ਼ ਵਿੱਚੋਂ ਤੁਹਾਨੂੰ ਸੰਸਾਰ ਤੇ ਭੇਜਿਆ, ਦੁਨੀਆ ਦਾ ਉਧਾਰ ਕਰੋ। ਜਿਸ ਕਾਰਜ ਵਾਸਤੇ ਤੁਸੀਂ ਆਏ ਹੋ ਨਾ, ਉਹ ਕਾਰਜ ਕਰੋ। ਮੋਦੀ ਖਾਨਾ ਛੱਡ ਦਿਓ, ਇਹ ਕਾਰਜ ਤੁਹਾਡਾ ਨਹੀਂ ਹੈ, ਇਸ ਕੰਮ ਲਈ ਤੁਸੀਂ ਨਹੀਂ ਗਏ। ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਜਨਮ ਦੀ ਡਿਊਟੀ ਦੱਸ ਰਹੇ ਆ ਵੀ ਇਹ ਜਨਮ ਤੁਸੀਂ ਕਿਉਂ ਧਾਰਨ ਕੀਤਾ। ਪਾਪਾਂ ਨੂੰ ਕੱਟਣ ਵਾਸਤੇ ਆਏ, ਇਹ ਤੁਹਾਡਾ ਅਵਤਾਰ ਹੈ। ਆਪਾਂ ਜਨਮ ਸ਼ਬਦ ਆਮ ਭਾਸ਼ਾ 'ਚ ਵਰਤ ਲੈਂਦੇ ਆ, ਪਰ ਜਨਮ ਨਹੀਂ ਹੋਇਆ, ਅਵਤਾਰ ਪ੍ਰਕਾਸ਼ ਹੋਇਆ। ਅਕਾਲ ਜੀ ਆਖਣ ਲੱਗੇ, ਤੁਸੀਂ ਯਾਹੀ ਕਾਜ ਧਰਾ ਹਮ ਜਨਮ,
ਦਸਵੇਂ ਪਾਤਸ਼ਾਹ ਜਵਾਬ ਦੇ ਰਹੇ ਆ, ਸਮਝ ਲਿਓ ਸਾਧੂ ਸਾਵਨ। ਕਿਉਂ ਅਵਤਾਰ ਧਾਰਨ ਕੀਤਾ? ਦੁਸ਼ਟਾਂ ਨੂੰ ਖਪਾਉਣ ਵਾਸਤੇ, ਇਸ ਤਪ ਦੀ ਬਲਦੀ ਸ੍ਰਿਸ਼ਟੀ ਨੂੰ ਠੱਲ ਪਾਉਣ ਵਾਸਤੇ। ਹੈ ਕਲ ਕਾਲ ਕਰਾਲ ਵਿਸਲ ਹੈ, ਮੰਦ ਮਤੀ ਮਨ ਮਾਨਵ ਹੋ। ਪਰਮੇਸ਼ਰ ਦੇ ਬਚਨ ਸਨ, ਕਲਯੁਗ ਦਾ ਭਿਆਨਕ ਬੋਲਬਾਲਾ ਹੈ, ਕਲਯੁਗ ਦਾ ਰਾਜ ਹੈ। ਇੱਥੇ ਦੁਨੀਆ ਹੁਣ ਮੰਦੀ ਮੱਤ ਵਾਲੀ ਹੋ ਜਾਏਗੀ। ਮੰਦੀ ਮੱਤ ਆ ਸਾਡੇ ਤੇ ਕਲਯੁਗ ਦਾ ਹੀ ਪ੍ਰਭਾਵ ਹੈ। ਅਸੀਂ ਗੁਰੂ ਘਰ ਬਹਿ ਕੇ ਵੀ ਕਿਸੇ ਲਈ ਚੰਗਾ ਨਹੀਂ ਸੋਚ ਸਕਦੇ। ਕਲਯੁਗ ਹੈ, ਕਿਸੇ ਦੀ ਤਾਰੀਫ ਵੇਖ ਕੇ ਅਸੀਂ ਜਰ ਨਹੀਂ ਸਕਦੇ। ਅੰਦਰ ਸਾਡੇ ਉਹ ਸਾੜਾ ਜਿਵੇਂ ਜ਼ਮੀਨ ਬਣਾਉਣੀ ਹੋਵੇ। ਲੜਾਈ ਕੋਈ ਨਹੀਂ ਹੈ, ਹਿਸਾਬ ਕਿਤਾਬ ਕੋਈ ਨਹੀਂ ਜ਼ਿੰਦਗੀ ਦਾ। ਉਹ ਕਿੱਥੋਂ ਹੈ, ਉਹ ਕਿੱਥੋਂ ਦਾ ਰਹਿਣ ਵਾਲਾ, ਬਸ ਇੱਕ ਦੂਜੇ ਨੂੰ ਵੇਖ ਵੇਖ ਸੜੀ ਜਾਣਾ, ਘੁਲੀ ਜਾਣਾ। ਵਿਸਵਾਂਗੇ ਕੀ ਹੈ? ਕਲਯੁਗ ਦਾ ਪ੍ਰਭਾਵ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਪਰਮੇਸ਼ਵਰ ਜੀ ਆਖਦੇ, ਕਹਿੰਦੇ ਕਲੀ ਕਾਲ ਭਿਆਨਕ ਦੌਰ ਕਲਯੁਗ ਦਾ ਚੱਲਦਾ ਹੈ। ਹਰ ਪੈਦਾ ਹੋਣ ਵਾਲਾ ਬੰਦਾ ਮੰਦੀ ਮੱਤ ਲੈ ਕੇ ਜੰਮੇਗਾ। ਮੰਦੀ ਮੱਤ, ਮਾੜੀ ਮੱਤ। ਅੱਜ ਜਿੰਨੇ ਦੁਨੀਆ 'ਚ ਬੱਚੇ ਜੰਮਦੇ ਆ, ਚੰਗੀ ਮੱਤ ਦੱਸੋ ਕੀ ਦੀ? ਚੰਗੀ ਮੱਤ ਧਾਰਨ ਕਰਨ ਵਾਸਤੇ ਗੁਰੂ ਧਾਰਨ ਕਰਨਾ ਪੈਂਦਾ ਹੈ, ਨਹੀਂ ਸਾਰਿਆਂ ਦਾ ਹੀ ਹਾਲ ਹੈ। ਅਕਾਲ ਪੁਰਖ ਆਖਣ ਲੱਗੇ, ਕਹਿੰਦੇ ਮੰਦੀ ਮੱਤ ਵਾਲੇ ਮਾਨਵ ਮਨੁੱਖ ਇਸ ਧਰਤੀ ਤੇ ਬਹੁਤੇ ਹੋ ਗਏ ਨੇ। ਦੇਵਨ ਪੂਜਤ ਨਾਮ ਤੇ ਬੇਮੁਖ, ਕੇਵਲ ਪਾਪ ਪਰਾਇਣ ਜੋ। ਕੇਵਲ ਇਸ ਕਲਯੁਗ ਦੇ ਵਿੱਚ ਲੋਕਾਂ ਦਾ ਆਸਰਾ ਸਿਰਫ ਪਾਪ ਪਾਪ ਪਾਪ, ਹੋਰ ਕੁਝ ਨਹੀਂ। ਰੱਬ ਜੀ ਦੇ ਬੋਲੇ, ਕਹਿੰਦੇ ਦੁਨੀਆ ਪਾਪ ਦੇ ਪਰਾਇਣ ਆਸਰੇ ਹੋ ਗਈ। ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ, ਪੱਥਰ ਨੂੰ ਰੱਬ ਕਹਿੰਦੇ ਆ, ਪੱਥਰ ਪੂਜ ਰਹੇ ਆ। ਪੂਜਣਾ ਕੀ? ਉਸ ਅਕਾਲ ਨੂੰ, ਉਸ ਦੇਵ ਪਰਮਾਤਮਾ ਨੂੰ ਜੋ ਸਭ ਦਾ ਵੱਡਾ ਹੈ, ਸਭ ਨੂੰ ਪਾਲਣ ਵਾਲਾ ਹੈ। ਪਾਲਣ ਵਾਲੇ ਨੂੰ ਪੁੱਛਿਆ ਕਿਸੇ ਨੇ? ਜਿਹਨੇ ਜਨਮ ਦਿੱਤਾ ਉਹਨੂੰ ਕਿਹਨੇ ਪੁੱਛਿਆ? ਜਿਹਨੇ ਮੌਤ ਦੇਣੀ ਹੈ, ਜਿਹਨੇ ਜ਼ਿੰਦਗੀ ਦਿੱਤੀ ਹੈ, ਸਭ ਕੁਝ ਦਿੱਤਾ ਏ, ਭੁੱਲ ਕੇ ਬਹਿ ਗਏ ਆ, ਚੇਤੇ ਨਹੀਂ ਕਰਦੇ। ਅਕਾਲ ਪੁਰਖ ਜੀ ਆਖਣ ਲੱਗੇ, ਕਹਿੰਦੇ ਆ ਲੋਕ ਅਕਿਰਤ ਘਣ ਹੋ ਗਏ। ਦੇਵੀ ਦੇਵਤੇ ਤੇ ਮੈਂ ਇੱਥੇ ਝਾੜੂ ਬਰਦਾਰ ਭੇਜੇ ਸੀ ਦੁਨੀਆ ਨੂੰ ਸੰਭਾਲਣ ਵਾਸਤੇ, ਦੀ ਪੂਜਾ ਤੇ ਲੱਗੇ ਹੋਏ। ब्रह्मा आप पार ब्रह्म कर जाना, प्रभु को प्रभु ना किन्हू माना। ब्रह्मे ਨੂੰ ਭੇਜਿਆ, ਉਹ ਕਹਿੰਦਾ ਮੈਂ ਪਾਰ ਬ੍ਰਹਮ। शिव जी ਨੂੰ ਭੇਜਿਆ, ਉਹ ਕਹਿੰਦਾ ਮੈਂ ਮੌਤ ਦਾ ਦੇਵਤਾ, ਮੈਂ ਹੀ ਰੱਬ ਹਾਂ। ਅਕਾਲ ਪੁਰਖ ਜੀ ਕਹਿੰਦੇ ਮੇਰੇ ਭੇਦਾਂ ਨੂੰ ਤੇ ਦੁਨੀਆ ਜਾਣਦੀ ਨਹੀਂ ਕਿ ਰੱਬ ਆਪਣੀ ਪੂਜਾ ਕਰਦਾ। ਨਹੀਂ, ਅਕਾਲ ਇਹ ਚੇਤੇ ਕਰਾਉਂਦਾ, ਭਾਈ ਜਿਸ ਦੁਨੀਆ ਤੇ ਤੂੰ ਆਇਆ ਨਾ, ਇਹ ਕਿਰਾਏ ਦਾ ਮਕਾਨ ਹੈ। ਇਹ ਇੱਕ ਰੁੱਖ ਹੈ, ਤੂੰ ਪੰਛੀ ਬਣ ਕੇ ਆਇਆ। ਜੇ ਪੰਛੀ ਰੁੱਖ ਤੇ ਬਹਿ ਜੇ ਤੇ ਪੰਛੀ ਦਾ ਰੁੱਖ ਨਹੀਂ ਬਣ ਜਾਂਦਾ। ਸਿਰਫ ਇੰਨਾ ਸਮਝਣ ਵਾਸਤੇ ਨਾਮ ਜਪਣਾ ਪੈਂਦਾ। ਕਹਿੰਦੇ ਨਾਮ ਤੋਂ ਲੋਕ ਟੁੱਟ ਗਏ ਆ, ਬੁੱਧੀ ਭ੍ਰਿਸ਼ਟ ਹੋ ਗਈ ਹੈ, ਬੇਕਾਰ ਇਹਨਾਂ ਦੇ ਕੋਲੇ ਰਹਿ ਗਏ ਨੇ। ਗੁਰੂ ਬਾਬਾ ਜੀ ਨੇ ਬਾਣੀ ਵਿੱਚ ਵੀ ਲਿਖਿਆ, ਕਹਿੰਦੇ ਕਲਯੁਗ ਦੇ ਵਿੱਚ ਕਿਸੇ ਦਾ ਕਰਮ ਧਰਮ ਨਹੀਂ ਰਿਹਾ। ਕਲਯੁਗ ਦਾ ਕਰਮ ਧਰਮ ਨਹੀਂ ਕੋਈ, ਕਲੀ ਦਾ ਜਨਮ ਚੰਡਾਲ ਕਹਿ ਕਰ ਹੋਈ। ਕਲਯੁਗ ਦੇ ਵਿੱਚ ਦੱਸੋ ਕਹਿੰਦੇ ਕਿਹੜਾ ਕਰਮ ਧਰਮ ਰਹਿ ਗਿਆ ਲੋਕਾਂ ਦਾ? ਇੱਥੇ ਨਹੀਂ ਕਿਹਾ ਵੀ ਕੋਈ ਧਰਮ ਨਹੀਂ ਹੁੰਦਾ। ਇਹਦਾ ਅਰਥ ਇਹ ਹੈ ਵੀ ਲੋਕਾਂ ਦਾ, ਵਿਅਕਤੀਆਂ ਦਾ ਕੋਈ ਧਰਮ ਨਹੀਂ ਰਿਹਾ। ਧਰਮ ਕਿੱਥੋਂ ਰਹੂਗਾ? ਕਹਿੰਦੇ ਕਲਯੁਗ ਕਿਹਦਾ ਪੁੱਤ ਹੈ? ਚੰਡਾਲ ਦਾ। ਚੰਡਾਲ ਕਿਹਨੂੰ ਕਹਿੰਦੇ? ਪਤਾ ਹੀ ਹੋਣਾ ਤੁਹਾਨੂੰ। ਚੰਡਾਲ ਚੰਗੜੀ ਕਿਹਨੂੰ ਆਖਦੇ? ਦੁਸ਼ਟ। ਜੋ ਕਿਸੇ ਦਾ ਕਤਲ ਕਰਨ ਲੱਗੇ, ਸਮਾਂ ਨਾ ਲਾਵੇ, ਕਲਯੁਗ ਉਹਦਾ ਪੁੱਤ ਹੈ। ਗੁਰਬਾਣੀ ਪੜ੍ਹਿਆ, ਇਹਨਾਂ ਚੀਜ਼ਾਂ ਦਾ ਪਤਾ ਲੱਗਦਾ। ਮਹਾਰਾਜ ਕਹਿੰਦੇ ਭਾਈ ਇਹਦਾ ਜਨਮ ਚੰਡਾਲ ਦੇ ਘਰੇ ਹੋਇਆ। ਹੁਣ ਚੰਡਾਲਾਂ ਦੇ ਤਰਸ ਥੋੜਾ ਹੁੰਦਾ, ਫਾਂਸੀ ਦੇ ਨਾਲ ਤਰਸ ਹੈ, ਉਹਨੇ ਜਾ ਕੇ ਫਿਰ ਰੋਟੀ ਖਾ ਲੈਂਦੀ ਹੈ। ਮੁਰਗਿਆਂ ਨੂੰ ਵੱਢਣ ਵਾਲਾ, ਪਸ਼ੂਆਂ ਨੂੰ ਤੜਫਾ ਤੜਫਾ ਖੋਹ ਕੇ ਮਾਰਨ ਵਾਲਾ ਕਸਾਈ ਤਰਸ ਕਰ ਸਕਦਾ ਕਿਸੇ ਜੀਵ ਤੇ? ਨਹੀਂ, ਤਰਸ ਨਾਮ ਦੀ ਚੀਜ਼ ਕੋਈ। ਕਹਿੰਦੇ ਫਿਰ ਕਲਯੁਗ ਕਿਸੇ ਤੇ ਤਰਸ ਕਿਉਂ ਕਰੇਗਾ? ਇਹਨੇ ਲੋਕਾਂ ਦੀ ਬੁੱਧੀ ਤੇ ਐਸਾ ਮੰਤਰ ਪਾਤਾ, ਹਰ ਜੰਮਣ ਵਾਲਾ ਵਿਅਕਤੀ ਕਲਯੁਗ ਤੋਂ ਪ੍ਰਭਾਵਿਤ ਹੈ। ਭਾਉ ਭਲੇ ਭਗਤੀ ਪ੍ਰਗਟਾਵੋ, ਭਾਰ ਤਰ ਭਰਪੂਰ ਵਿਗੋ। ਲੋਕਾਂ ਨੇ ਪਾਪ ਕਰ ਕਰਕੇ ਧਰਤੀ ਤੇ ਭਾਰ ਇੰਨਾ ਕਰਤਾ, ਫਿਰ ਬਚਨ ਆਉਂਦੇ ਨੇ ਕਲਮਲ ਹੋਈ ਮੇਦਨੀ, ਅਰਦਾਸ ਕਰੇ ਨੇ ਬੁਲਾਏ। ਕਲਮਲ ਨਾਮ ਪਾਪਾਂ ਦਾ, ਕਹਿੰਦੇ ਧਰਤੀ ਤੇ ਇੰਨਾ ਭਾਰ ਹੋ ਗਿਆ, ਧਰਤੀ ਦੀ ਅਰਦਾਸਾਂ ਕਰ। ਕਿਹਨਾਂ ਦਾ ਭਾਰ ਹੈ?
ਭਾਰੀ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ। ਧਰਤੀ ਕਹਿੰਦੀ ਮੈਨੂੰ ਸਾਇਰਾਂ ਦਾ, ਸਮੁੰਦਰਾਂ ਦਾ, ਪਹਾੜਾਂ ਦਾ, ਮਕਾਨਾਂ ਦਾ, ਜੰਗਲਾਂ ਦਾ ਕੋਈ ਭਾਰ ਨਹੀਂ, ਮੈਨੂੰ ਭਾਰ ਸਤਾਉਂਦਾ ਅਕਿਰਤ ਘਣ ਲੋਕਾਂ ਦਾ, ਜਿਹੜੇ ਰੱਬ ਦੇ ਕੀਤੇ ਨੂੰ ਨਹੀਂ ਜਾਣਦੇ। ਇੱਥੇ ਕਈ ਵਾਰ ਨਾ ਅਸੀਂ ਅਰਥ ਲਾ ਲੈਂਦੇ, ਜਿਹੜਾ ਬੰਦਾ ਮੇਰਾ ਕੀਤਾ ਨਹੀਂ ਜਾਣਦਾ ਅਕਿਰਤ ਘਣ। ਨਹੀਂ, ਜਿਹੜਾ ਰੱਬ ਦਾ ਕਰਤਾ ਭੁੱਲ ਗਿਆ ਉਹ ਕਾਹਦਾ ਇਮਾਨਦਾਰ ਬਣਿਆ ਕਰਦਾ? ਜਿਹਨੇ ਜਨਮ ਦਿੱਤਾ, ਜਿਹਨੇ ਰੋਜੀ ਦਿੱਤੀ, ਜਿਹੜਾ ਉਹਦਾ ਨਹੀਂ ਬਣਿਆ ਬੰਦਿਆ ਤੇਰਾ ਕਿੱਥੋਂ ਬਣ ਜੂਗਾ? ਆਖੋ ਸਤਿਨਾਮ। ਤੂੰ ਕਿਤੇ ਉਮੀਦਾਂ ਲਈ ਫਿਰਦਾ ਹੈ? ਗੁਰੂ ਨਾਨਕ ਸਾਹਿਬ ਜੀ ਨੂੰ ਆਖਣ ਲੱਗੇ ਅਕਾਲ ਪੁਰਖ ਪਰਮਾਤਮਾ, ਕਹਿੰਦੇ ਅਕਿਰਤ ਘਣ ਲੋਕਾਂ ਦਾ ਭਾਰ ਇਸ ਧਰਤੀ ਤੇ ਇੰਨਾ ਹੋ ਗਿਆ, ਜਾਓ ਨਾਮ ਦਾ ਛਿੱਟਾ ਦੇ ਕੇ ਇਹਨਾਂ ਪਾਪੀਆਂ ਦੇ ਪਾਪ ਕੱਟੋ, ਇਹਨਾਂ ਨੂੰ ਪਾਪ ਤੋਂ ਹਟਾ ਦਿਓ। ਜਾਤ ਅਪਾਰ ਨਿਰੈ ਨਰਕੂਰ, ਨਹੀਂ ਸੁਖ ਮੂਰਖ ਮੂਰਖ ਭਾਗੇ। ਕਹਿੰਦੇ ਅਕਾਲ ਪੁਰਖ ਜੀਓ ਜਿਵੇਂ ਆਪ ਦਾ ਹੁਕਮ। ਅੱਗੋਂ ਅਕਾਲ ਜੀ ਆਖਣ ਲੱਗੇ, ਕਹਿੰਦੇ ਝੂਠ ਪ੍ਰਧਾਨ ਹੋਇਆ ਫਿਰਦਾ ਹੈ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਲਯੁਗ ਚੰਡਾਲ ਦਾ ਪੁੱਤ ਹੈ, ਇਹਦੇ ਹੁੰਦਿਆਂ ਰਾਜ ਕਿਹਦਾ ਚੱਲਦਾ ਜੀ? ਝੂਠ ਦਾ। ਦੁਨੀਆ ਦੀ ਬੁਨਿਆਦ ਅੱਜ ਝੂਠ ਤੇ ਖੜੀ ਹੈ। ਮੇਰੇ ਵਰਗਾ ਜਿੱਡਾ ਮਰਜ਼ੀ ਧਰਮੀ ਬਣਿਆ ਹੋਵੇ, ਸਾਡੇ ਕੋਲ ਦੋ ਚਾਰ ਹੀ ਚੀਜ਼ਾਂ ਹੁੰਦੀਆਂ, ਝੂਠ, ਖੁਸ਼ਾਮਦੀ, ਹੰਕਾਰ। ਬੰਦਾ ਬੰਦੇ ਦੀ ਚਮਚਾਗਿਰੀ ਕਰਦਾ ਫਿਰਦਾ, ਮੈਨੂੰ ਕੁਛ ਦੇ ਦੇਗਾ, ਕੁਛ ਪ੍ਰਾਪਤ ਹੋ ਜਾਏਗਾ। ਅਕਿਰਤ ਘਣ ਹੋ ਗਿਆ ਰੱਬ ਤੋਂ। ਅਕਾਲ ਪੁਰਖ ਜੀ ਆਖਣ ਲੱਗੇ, ਕਹਿੰਦੇ ਇਸ ਦੁਨੀਆ ਦੇ ਵਿੱਚ ਝੂਠ ਪ੍ਰਧਾਨ ਹੋ ਗਿਆ। ਝੂਠ ਇੰਨਾ ਭਾਰੂ ਹੋ ਗਿਆ ਵੀ ਸੱਚ ਛੁਪਦਾ ਜਾਂਦਾ। ਆਖੋ ਸਤਿਨਾਮ। ਇਹ ਰੱਬ ਜੀ ਦੇ ਬਚਨ ਨੇ, ਉਹ ਬਚਨ ਬਾਣੀ ਵਿੱਚ ਮਰਦ ਨੇ ਲਿਖੇ ਹੋਏ ਆ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕਹਿੰਦੇ ਝੂਠ ਦੀ ਮੱਸਿਆ ਦੀ ਕਾਲੀ ਰਾਤ ਹੋਈ ਪਈ, ਸੱਚ ਦਾ ਤੇ ਚੰਦਰਮਾ ਨਜ਼ਰ ਨਹੀਂ ਆਉਂਦਾ ਕਿਤੇ। ਇਹਨਾਂ ਹਾਲਾਤਾਂ ਨੂੰ ਪਰਮੇਸ਼ਵਰ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਾਨੂੰ ਰੱਖ ਰਹੇ ਨੇ। ਤੁਹਾਨੂੰ ਇਸੇ ਕਾਰਨ ਇਸ ਸਰੀਰ ਦੇ ਕੇ ਭੇਜਿਆ, ਕਿਉਂਕਿ ਬੰਦੇ ਨੂੰ ਸਮਝਾਉਣ ਵਾਸਤੇ ਬੰਦਾ ਚਾਹੀਦਾ ਹੈ। ਤੁਸੀਂ ਕਹੋਗੇ ਪਹਿਲਾਂ ਬੰਦੇ ਨਹੀਂ ਆਏ? ਨਹੀਂ, 24 ਅਵਤਾਰਾਂ ਦਾ ਜ਼ਿਕਰ ਪੜ੍ਹ ਲਓ। ਕੋਈ ਮਗਰਮੱਛ ਦਾ ਅਵਤਾਰ ਹੈ, ਕੋਈ ਕੱਛੂ ਦਾ ਅਵਤਾਰ ਹੈ, ਕੋਈ ਬਰਾਸੂਰ ਦਾ ਅਵਤਾਰ ਹੈ, ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਅੱਧਾ ਮੂੰਹ ਸ਼ੇਰ ਵਾਲਾ, ਅੱਧਾ ਸਰੀਰ ਮਨੁੱਖਾਂ ਦਾ ਬਣਿਆ। ਨਰਸਿੰਘ ਦਾ ਅਵਤਾਰ ਹੈ, ਪ੍ਰੋਪਰ ਕੋਈ ਬੰਦਿਆਂ ਦਾ ਅਵਤਾਰ ਨਹੀਂ ਸੀ। ਕੋਈ 52 ਅਵਤਾਰ ਆ ਗਿਆ 52 ਉਂਗਲ ਦਾ ਬਣ ਕੇ। ਸਿਰਫ ਇੱਕੋ ਇੱਕ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਦਾ ਅਵਤਾਰ ਨੇ, ਜੋ ਮਨੁੱਖਾ ਸਰੀਰ ਵਿੱਚ ਸੰਪੂਰਨ ਹਨ। ਇਹ ਗਹਿਰੀਆਂ ਚੀਜ਼ਾਂ ਨੇ। ਅਕਾਲ ਪੁਰਖ ਪਰਮਾਤਮਾ ਜੀ ਕਹਿਣ ਲੱਗੇ, ਤੁਸੀਂ ਇਹਨਾਂ ਲੋਕਾਂ ਨੂੰ ਜਾ ਕੇ ਸਿੱਧੇ ਰਾਹ ਪਾਓ। ਹੁਣ ਬੰਦੇ ਨੂੰ ਸਮਝਾਉਣ ਵਾਸਤੇ ਬੰਦਾ ਬਣਨਾ ਪੈਂਦਾ ਹੈ, ਬੰਦੇ ਨੂੰ ਕੋਲ ਬਹਿਣਾ ਪੈਂਦਾ ਹੈ। ਪਸ਼ੂ, ਗਾਂ, ਮੱਝ, ਬੱਕਰੀ ਤੋਂ ਦੱਸੋ ਕੌਣ ਸਮਝੇ? ਸਮਝਦਾ ਨਹੀਂ। ਅਕਾਲ ਜੀ ਕਹਿੰਦੇ ਇਸ ਕਰਕੇ ਤੁਸੀਂ ਮੇਰਾ ਰੂਪ ਧਾਰਨ ਕਰਕੇ ਗਏ ਹੋ। ਹੁਣ ਜਿਸ ਕਾਰਜ ਵਾਸਤੇ ਗਏ ਹੋ ਉਹਦੀ ਆਰੰਭਤਾ ਕਰਦੇ ਹੋ। ਪੰਥ ਤਿਆਗ ਕੋ ਪੰਥ ਭਰੇ, ਸਭ ਲੰਪਟ ਡੰਬ ਆਰੰਭਤ ਪਾਗੇ। ਹੁਣ ਇਸ ਧਰਤੀ ਦੀ ਦਸ਼ਾ ਪਰਮੇਸ਼ਵਰ ਜੀ ਦੱਸਦੇ ਆ, ਕਹਿੰਦੇ ਲੋਕ ਪਾਪ ਦੇ ਵਿੱਚ ਲੰਪਟ ਲਿਪਤ ਹੋ ਗਏ ਆ। ਝੂਠ ਇਹਨਾਂ ਦੀ ਜ਼ਿੰਦਗੀ ਦਾ ਪ੍ਰਧਾਨ ਬਣ ਗਿਆ। ਸੱਚ ਤੋਂ ਇਹ ਡਰਦੇ ਬਹੁਤ ਨੇ, ਤੇ ਇਹ ਜਿਸ ਪਰਮਾਤਮਾ ਨੇ ਇਹਨਾਂ ਨੂੰ ਸਾਜਿਆ, ਇਹ ਉਹਨੂੰ ਧਿਆਉਂਦੇ ਨਹੀਂ, ਚੇਤੇ ਨਹੀਂ ਕਰਦੇ, ਉਹਦੇ ਨਹੀਂ ਬਣਦੇ। ਇਹ ਉਹਨਾਂ ਪਿੱਛੇ ਤੁਰੇ ਫਿਰਦੇ ਆ ਜੋ ਬੇਜਾਨ ਚੀਜ਼ਾਂ ਨੇ, ਪੱਥਰ ਬੇਜਾਨ ਹੈ, ਉਹਨੂੰ ਘੜ ਕੇ ਭਗਵਾਨ ਬਣਾ ਲਿਆ, ਜੋ ਬਿਲਕੁਲ ਬੇਬੁਨਿਆਦ ਹੈ। ਮਨੁੱਖ ਉਹਦੀ ਪੂਜਾ ਕਰਦਾ ਏ। ਨਾਮ ਹੈ ਕੀ ਸਿਫਤੀ ਪ੍ਰਕਾਸ਼ੋ, ਨਾਸ ਬਖੰਡ ਕਰੋ ਜਿਹ ਲਾਗੇ। ਨਾਮ ਦੀ ਸਿਫਤ ਕਰੋ ਤੇ ਕਰਾਓ, ਦੁਨੀਆ ਤੋਂ ਪਖੰਡ ਖਤਮ ਕਰ ਦਿਓ। ਕੌਣ ਨੇ ਗੁਰੂ ਨਾਨਕ ਸਾਹਿਬ? ਕਿਸ ਲਈ ਆਏ ਨੇ? ਨਾਨਕ ਸਿਫਤੀ ਰਜਿਆ, ਆਓ ਬੈਠੋ ਸੁਲਤਾਨ। ਗੁਰੂ ਸਾਹਿਬ ਦਾ ਬਚਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪਰਮਾਤਮਾ ਦੀ ਸਿਫਤ ਕਰਨ ਆਏ ਨੇ ਸੰਸਾਰ ਤੇ। ਸਿਫਤ ਨਾਲ ਪਖੰਡ ਖਤਮ ਕੀਤਾ ਜਾਂਦਾ। ਸਿਫਤ ਕਰਨੀ ਪਰਮੇਸ਼ਵਰ ਦੀ, ਸਿਫਤ ਕਰਨੀ ਹੈ ਵਾਹਿਗੁਰੂ ਦੀ। ਆ ਧੁਰ ਕੀ ਬਾਣੀ 1430 ਅੰਗ। ਇੱਕ ਅੱਖਰ ਲੱਭ ਕੇ ਵਿਖਾ ਦਿਓ ਗੁਰੂ ਸਾਹਿਬ ਨੇ ਕਿਸੇ ਬੰਦੇ ਦੀ ਸਿਫਤ ਕੀਤੀ ਹੋਵੇ, ਕਿਸੇ ਰਾਜੇ ਮਹਾਰਾਜੇ ਦੀ ਸਿਫਤ ਕੀਤੀ ਹੋਵੇ, ਜਾਂ ਕੋਈ ਝੂਠੀ ਗੱਲ ਸੁਣਾਈ ਹੋਵੇ। ਮਹਾਰਾਜ ਨੇ ਜਿੱਥੇ ਵੀ ਸਿਫਤ ਕੀਤੀ ਹੈ ਨਿਰੰਕਾਰ ਤੇ ਨਾਮ ਦੀ ਕੀਤੀ ਹੈ। ਉਹ ਬਚਨ ਪਰਮੇਸ਼ਵਰ ਅੱਜ ਪੁਗਾ ਰਹੇ ਨੇ। ਆਖਣ ਲੱਗੇ ਨਾਨਕ ਜੀ ਸਿਫਤ ਸੱਚੇ ਨਾਮ ਦੀ ਕਰਾਓ। ਕਲਯੁਗ ਦੇ ਵਿੱਚੋਂ ਲੋਕਾਂ ਤੋਂ ਪਾਪ ਦਾ ਭਾਰ ਤੇ ਕੂੜ ਘੱਟ ਕਰਦੇ ਹੋ। ਸ੍ਰੀ ਗੁਰੂ ਜੀ ਸੁਣ ਬੈਨ ਭਨੇ,
ਸ੍ਰੀ ਰਾਗ ਵਿਖੇ ਹੀਰਾ ਅਨਰਾਗੇ। ਪਰਮਾਤਮਾ ਜੀ ਦੇ ਪਿਆਰ ਭਰੇ ਬਚਨਾਂ ਨੂੰ ਸੁਣ ਕੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਲੱਗੇ ਨੇ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ। ਇਹ ਗੁਰੂ ਨਾਨਕ ਸਾਹਿਬ ਦੇ ਬਚਨ। ਪਰਮੇਸ਼ਵਰ ਦੇ ਤਾਈ ਆਮੋ ਸਾਹਮਣੇ ਖੜ ਕੇ ਰੱਬ ਦੀ ਸਿੰਘਾਸਣ ਤੇ ਬੈਠੇ ਆ। ਰੱਬ ਦਾ ਸਰਗੁਣ ਸਰੂਪ ਦਹਲੀਜ਼ ਸਾਹਮਣੇ ਖੜੇ। ਤੇ ਜਦੋਂ ਗੁਰੂ ਸਾਹਿਬ ਨੇ ਪਰਮਾਤਮਾ ਦੇ ਬਚਨ ਸੁਣੇ ਨਾ, ਫਿਰ ਉਸ ਵੇਲੇ ਉਹਨਾਂ ਨੇ ਜ਼ਿਕਰ ਕੀਤਾ। ਉੱਥੇ ਸ਼ਬਦ ਵਿੱਚ ਕੀ ਕਹਿੰਦੇ ਆ ਉਹ ਸੁਣਿਓ ਹੁਣ ਜੀ। ਆ ਇੱਥੇ ਕੋਈ ਸਾਨੂੰ ਇੰਨੀ ਕੁ ਜ਼ਿੰਮੇਵਾਰੀ ਦੇ ਦੇ ਵੀ ਲੈ ਤੂੰ ਫਲਾਣੇ ਫੰਕਸ਼ਨ ਦਾ ਪ੍ਰਧਾਨ ਆ। ਮੈਂ ਕਹਿੰਦਾ ਬੰਦਾ ਛੱਜ ਬੰਨੀ ਫਿਰਦਾ ਹੁੰਦਾ ਪਿੱਛੇ, ਕਹਿੰਦਾ ਪਰਾਂ ਓਏ ਤੈਨੂੰ ਪਤਾ ਮੇਰੀ ਪ੍ਰਧਾਨਗੀ ਹੈ। ਕਿਸੇ ਨੂੰ ਕਿਸੇ ਪਾਰਟੀ ਦਾ ਪ੍ਰਧਾਨ ਬਣਾ ਦੋ, 20 ਬੰਦਿਆਂ ਨੂੰ ਕੱਢ ਦਿੰਦਾ ਉਹ। ਇੱਥੇ ਅਕਾਲ ਪੁਰਖ ਪਰਮਾਤਮਾ ਜੀ ਕਲਯੁਗ ਦੇ ਸਮੇਂ ਦੀ ਸ੍ਰਿਸ਼ਟੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਨੂੰ ਦੇ ਰਹੇ ਆ ਤੇ ਗੁਰੂ ਬਾਬੇ ਦੇ ਬਚਨ ਸੁਣ ਰਹੇ। ਜੇ ਕੋਈ ਦੇਵੀ ਦੇਵਤਾ ਹੁੰਦਾ ਨੇ ਉੱਤੇ ਮੱਛਰ ਜਾਣਾ ਸੀ ਵੀ ਲੈ ਮੈਂ ਸੱਚਖੰਡ ਪਹੁੰਚ ਗਿਆ, ਮੇਰੀ ਤੇ ਇੱਥੇ ਤੱਕ ਪਹੁੰਚ ਹੈ, ਹੰਕਾਰ ਜਾਂਦਾ ਨਾ ਬੰਦਾ। ਇਸੇ ਕਰਕੇ ਦੇਵੀ ਦੇਵਤੇ ਬ੍ਰਹਮਾ ਬ੍ਰਹਮਪੁਰੀ ਤੱਕ ਬੈਠਾ ਹੈ, ਸ਼ਿਵ ਨੂੰ ਵਿਸ਼ਨੂੰ ਵਿਸ਼ਵਪੁਰੀ ਤੱਕ ਬੈਠਾ ਹੈ, ਸ਼ਿਵ ਜੀ ਸ਼ਿਵਪੁਰੀ ਤੱਕ ਹੈ। ਅੱਗੇ ਪਹੁੰਚ ਹੀ ਨਹੀਂ ਹੈ ਇਹਨਾਂ ਦੀ। ਰੱਬ ਤਾਂ ਕਿੱਥੇ ਜਾਂਦੇ ਆ, ਰਸਤੇ 'ਚ ਹੀ ਰਹਿ ਜਾਂਦੇ ਆ ਜਪ ਤਪ ਕਰਕੇ। ਤੇ ਗੁਰੂ ਨਾਨਕ ਸਾਹਿਬ ਸੱਚਖੰਡ ਖੜੇ ਆ, ਅਕਾਲ ਪੁਰਖ ਦੇ ਸਾਹਮਣੇ ਉਹਨਾਂ ਅੰਮ੍ਰਿਤ ਬਚਨੇ ਉਚਾਰਨ ਕੀਤਾ ਏ। ਸ੍ਰੀ ਰਾਗ ਮਹੱਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਗਲ ਵਿੱਚ ਪਾ ਕੇ ਪੱਲਾ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਸ੍ਰੀ ਰਾਗ ਮਹੱਲਾ ਪਹਿਲਾ, ਕੋਟ ਕੋਟੀ ਮੇਰੀ ਆਰਜਾ। ਰੱਬਾ ਮੇਰਿਆ ਕੋਟ ਕੋਟੀ ਕਰੋੜਾਂ ਸਾਲ ਫਿਰ ਕਰੋੜਾਂ ਮੇਰੀ ਲੰਬੀ ਉਮਰ ਹੋ ਜੇ। ਇੱਕ ਸੰਦਰਭ ਹੈ, ਜਰਾ ਸਮਝਣ ਦਾ ਯਤਨ ਕਰਿਓ। ਪਵਨ ਪਾਣੀ ਅਪਿਆਓ। ਕਹਿੰਦੇ ਆ ਜਿਹੜੀ ਹਵਨ ਹੈ ਨਾ, ਪਵਨ ਹਵਾ ਜਿੰਨੀ ਬ੍ਰਹਮੰਡ ਦੀ ਹਵਾ ਹੈ, ਕਹਿੰਦੇ ਅਪਿਆਓ ਨਾ ਮੈਂ ਭੋਜਨ ਦਾ ਪਾਣੀ। ਮੈਂ ਪੌਣਾ ਹਾਰੀ ਹੋ ਜਾ, ਕਰੋੜਾਂ ਸਾਲਾਂ ਦੀ ਮੇਰੀ ਉਮਰ ਹੋ ਜੇ। 1 ਕਰੋੜ ਨਹੀਂ, ਕਰੋੜਾਂ ਅਣਗਿਣਤਾਂ ਨੀਲ ਪਦਮ ਅਸੰਖ ਬਿਲੀਅਨ ਟ੍ਰਿਲੀਅਨ ਸਾਲਾਂ ਦੀ ਉਮਰ। ਮੈਂ ਰੋਟੀ ਨਾ ਖਾਵਾਂ, ਪਾਣੀ ਨਾ ਪੀਵਾਂ, ਇਸ ਹਵਾ ਨੂੰ ਲੈ ਲੈ ਕੇ ਮੈਂ ਜੀਵਨ ਗੁਜ਼ਾਰਾਂ। ਸਮਝ ਆ ਰਹੀ ਹੈ ਜੀ? ਬੜੇ ਸੌਖੇ ਤਰੀਕੇ ਨਾਲ ਕੋਸ਼ਿਸ਼ ਕਰਨ ਦੀ। ਪਵਨ ਪਾਣੀ ਪੀਣ ਅਪਿਆਓ। ਅਪਿਆਓ ਨਾਲ ਭੋਜਨ ਦਾ ਹੁੰਦਾ, ਕਹਿੰਦੇ ਹਵਾ ਮੇਰਾ ਭੋਜਨ ਬਣ ਜੇ, ਇਹੀ ਮੇਰਾ ਪਾਣੀ ਬਣ ਜੇ, ਕਰੋੜਾਂ ਸਾਲਾਂ ਦੀ ਮੇਰੀ ਉਮਰ ਹੋ ਜੇ। ਚੰਦ ਸੂਰਜ ਦੋਏ ਗੁਫੇ ਨਾ ਦੇਖਾ, ਸੁਪਨੇ ਸੋਣ ਨਾ ਥਾਓ। ਅਗਲਾ ਬਚਨ ਕਹਿੰਦੇ ਪਿਆਰ ਚ ਭਿੱਜ ਕੇ, ਚੰਦ ਸੂਰਜ ਦੋਏ ਗੁਫੇ ਨਾ ਦੇਖਾ। ਚੰਦ ਅਤੇ ਸੂਰਜ ਦੋਵੇਂ ਗੁਫਾ। ਮੈਂ ਐਸੀ ਗੁਫਾ 'ਚ ਬਹਿ ਜਾ ਦੁਨੀਆ ਦੀ ਜਿੱਥੇ ਮੈਨੂੰ ਕਦੇ ਚੰਦਰਮਾ ਨਾ ਦਿਸੇ, ਸਾਰੀ ਜ਼ਿੰਦਗੀ ਕਰੋੜਾਂ ਸਾਲਾਂ 'ਚ ਕਦੇ ਸੂਰਜ ਨਾ ਦਿਸੇ। ਸੁਪਨੇ ਸੌਣ ਨਾ ਥਾਓ। ਰੱਬਾ ਮੇਰਿਆ ਸੁਪਨੇ ਦੇ ਵਿੱਚ ਵੀ ਮੈਨੂੰ ਕਿਤੇ ਸੌਣ ਦੀ 1 ਇੰਚ ਥਾਂ ਨਾ ਮਿਲੇ। ਅਸੀਂ ਤੇ ਜਿਉਂਦੇ ਜਾਗਦੇ ਘਰਾੜੇ ਮਾਰਦੇ ਆ। ਕਈ ਵਾਰ ਕਥਾ 'ਚ ਇੱਥੇ ਕਈ ਮਹਾਨ ਹਸਤੀਆਂ ਸੁੱਤੀਆਂ ਪਈਆਂ ਹੁੰਦੀਆਂ ਪਿੱਛੇ। ਮੈਂ ਤਾਂ ਨਹੀਂ ਕਹਿੰਦਾ ਫਿਰ ਗੁੱਸਾ ਕਰ ਜਾਂਦੇ, ਕਿਉਂਕਿ ਇਹ ਮੇਰੇ ਮਗਰ ਬਹੁਤ ਪੈਂਦੀ ਆ। ਸੁਣਦੇ ਮੈਨੂੰ ਜ਼ਰੂਰ ਨੇ। ਮੈਂ ਕਹਿੰਦਾ ਬੜੀ ਜੀ ਮੇਰੇ ਬਾਰੇ ਗੱਲ ਕਰਕੇ ਵੇਖੋ ਭਾਈ ਲੈ ਇਹਨੂੰ ਬੜੀ ਗੱਲ ਵੱਡਾ ਬਣਿਆ ਫਿਰਦਾ। ਇਹ ਮੇਰੇ ਵੈਲ ਵਿਸ਼ਰ ਵੀ ਹੈ ਨੇ ਤੇ ਥੋੜੇ ਜਿਹੇ ਤਰਕਾਲੂਗੀ ਵੀ ਹੈ। ਪਰ ਪ੍ਰਮਾਤਮਾ ਦੇਖੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ, ਕਿਉਂਕਿ ਦੁਨੀਆ ਸੌਂਦੀ ਹੈ, ਮੇਰੇ ਵਰਗੇ ਸੌਂਦੇ ਨੇ, ਹਰ ਬੰਦਾ ਸੌਂਦਾ ਹੈ। ਸਾਨੂੰ ਅਸੀਂ ਸਫਰ ਜਾਈਏ ਸੌਂ ਜਾਂਦੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਕਰੋੜਾਂ ਸਾਲਾਂ ਦੀ ਉਮਰ ਮੇਰੀ ਹੋ ਜੇ, ਮੈਂ ਗੁਫਾ ਵਿੱਚ ਛੁਪ ਕੇ ਬੈਠਾ ਜਿੱਥੇ ਚੰਦਰਮਾ ਤੇ ਸੂਰਜ ਮੇਰੇ ਕਦੇ ਵੀ ਮੱਥੇ ਨਾ ਲੱਗਣ, ਕਦੇ ਵੀ। ਸੁਪਨੇ ਵਿੱਚ ਵੀ ਚੰਦ ਸੂਰਜ ਨਾ ਵੇਖਾਂ। ਕਹਿੰਦੇ ਉਸ ਸੁਪਨੇ ਵਿੱਚ ਮੈਨੂੰ ਸੌਣ ਨੂੰ ਥਾਂ ਵੀ ਨਾ ਮਿਲੇ। ਕੀ ਬਾਤ ਹੈ! ਸੁਪਨੇ 'ਚ ਸੌਣ ਨੂੰ ਥਾਂ। ਕਰੋੜਾਂ ਸਾਲਾਂ ਵਿੱਚ ਮਤਲਬ ਕਦੇ ਅੱਖ ਦੀ ਝਪਕੀ ਨਾ ਲੱਗੇ। ਇਹ ਗੁਰੂ ਨਾਨਕ ਸਾਹਿਬ ਆਖਦੇ ਨੇ, ਤੇਰੀ ਕੀਮਤ ਨਾ ਪਵੇ, ਹੋ ਕੇ ਵੜਿਆ ਖਾਨਾ। ਰੱਬਾ ਮੈਂ ਕਿਵੇਂ ਤੇਰੇ ਨਾਂ ਨੂੰ ਆਖਾਂ ਕਿੱਡਾ ਵੱਡਾ ਹੈ, ਪੀ ਤੇਰੀ ਕੀਮਤ ਨਾ ਪਵੇ। ਕਰੋੜਾਂ ਸਾਲਾਂ ਦੀ ਉਮਰ, ਹਵਾ ਮੇਰਾ ਭੋਜਨ ਹੋ ਜੇ,
ਚੰਦ ਸੂਰਜ ਮੈਂ ਕਦੇ ਨਾ ਵੇਖਾਂ, ਸੁਪਨੇ ਵਿੱਚ ਮੈਨੂੰ ਸੌਣ ਨੂੰ ਥਾਂ ਨਾ ਮਿਲੇ, ਹਰ ਵੇਲੇ ਮੈਂ ਤੇਰੀ ਸਿਫਤ ਕਰਾਂ, ਪਰ ਮੈਂ ਫੇਰ ਵੀ ਨਹੀਂ ਕਹਿ ਸਕਦਾ ਤੇਰਾ ਨਾਮ ਕਿੰਨਾ ਵੱਡਾ। ਆਖੋ ਸਤਿਨਾਮ। ਤੇਰਾ ਤੇ ਜ਼ਿਕਰ ਨਹੀਂ ਹੋਇਆ ਵੀ ਰੱਬਾ ਤੂੰ ਕਿੰਨਾ ਵੱਡਾ ਹੈ, ਤੇਰੇ ਨਾਮ ਦਾ ਜ਼ਿਕਰ ਹੈ, ਨਾਮ ਕਿੰਨਾ ਵੱਡਾ ਹੈ। ਤੇ ਮੇਰੇ ਵਰਗਾ ਕਹਿੰਦਾ ਆ ਜਾ ਤੈਨੂੰ ਮੈਂ ਨਾਮ ਜਪਾਉਣਾ ਸਿਖਾਵਾਂ। ਸੁਣੋ ਕਿੱਥੇ ਗੁਰੂ ਸਾਹਿਬ ਕਹਿ ਰਹੇ ਆ, ਕਹਿੰਦੇ ਕਰੋੜਾਂ ਸਾਲਾਂ ਦੀ ਉਮਰ ਦੇ ਵਿੱਚ ਮੈਂ ਤੇਰੀ ਸਿਫਤ ਕਰਾਂ, ਸੁਪਨੇ ਵਿੱਚ ਵੀ ਕਰਾਂ, ਜਾਗਦਾ ਵੀ ਕਰਾਂ, ਸੋਵਾਂ ਕਦੇ ਨਾ, ਭੁੱਖ ਪਿਆਸ ਨਾ ਲੱਗੇ, ਹਵਾ ਚੱਖੀ ਜਾਵਾਂ, ਦਿਨ ਰਾਤ ਤੇਰਾ ਨਾਮ ਜਪਾਂ, ਨਾਮ ਜਪਾਂ, ਨਾਮ ਜਪਾਂ, ਪਰ ਮੈਂ ਤੇਰੀ ਕੀਮਤ ਨਹੀਂ ਦੱਸ ਸਕਦਾ ਵੀ ਤੇਰਾ ਨਾਮ ਕਿੰਨਾ ਵੱਡਾ ਹੈ। ਇਹ ਪਹਿਲੇ ਬੰਗਲਾ ਹੈ ਵੀ ਨਾਮ ਅਸੀਂ ਕਿਸੇ ਹੱਦ ਵਿੱਚ ਬੰਨਿਆ ਜਾ ਨਹੀਂ ਸਕਦਾ। ਸੱਚ ਨਿਰੰਕਾਰ ਨਿਜ ਥਾਈ, ਸੁਣ ਸੁਣਿਆ ਆਖਣ ਜੇ ਭਾਵੈ ਕਰੇ ਤਮਾਏ। ਐ ਦਾਤਾ ਜੀ ਤੂੰ ਸੱਚਾ ਨਿਰੰਕਾਰ ਹੈ, ਤੇਰਾ ਸੱਚਾ ਥਾਂ ਏ, ਦੁਨੀਆ ਜਿੰਨਾ ਤੈਨੂੰ ਵੱਡਾ ਕਹੇ ਓਨਾ ਵੱਡਾ ਏ, ਤਮਾਏ ਤੇਰਾ ਰੂਪ ਨਹੀਂ ਦੱਸਿਆ ਜਾ ਸਕਦਾ। ਤਮਾਏ ਸਮਾਇਆ ਹੋਇਆ, ਕੀ ਦੱਸਾਂ ਤੂੰ ਕਿੰਨਾ ਵੱਡਾ ਹੈ, ਨਹੀਂ ਕਹਿ ਸਕਦੇ। ਗੁਰੂ ਸਾਹਿਬ ਆਪਣੇ ਜੀਵਨ ਤੇ ਗੱਲ ਕਰ ਰਹੇ ਆ, ਕਹਿੰਦੇ ਮੈਂ ਕਰੋੜਾਂ ਸਾਲਾਂ ਦੇ ਵਿੱਚ ਵੀ ਤੇਰੀ ਸਿਫਤ ਕਰਾਂ ਰੱਬਾ, ਤੇਰੀ ਸਿਫਤ ਨਹੀਂ ਕਹਿ ਸਕਦਾ ਤੇ ਤੈਨੂੰ ਕਿੱਥੋਂ ਕਹਿਣਾ ਤੂੰ ਕਿੱਡਾ ਵੱਡਾ ਹੈ। ਤੇ ਇੱਥੇ ਮੇਰੇ ਵਰਗਾ ਟੁੱਟਿਆ ਜਿਹਾ ਬੰਦਾ ਦੱਸਣ ਲੱਗਾ ਹੁੰਦਾ, ਕਹਿੰਦਾ ਆ ਤੈਨੂੰ ਅੱਖਾਂ ਬੰਦ ਕਰ, ਰੱਬ ਵਿਖਾਵਾਂ ਕਰ ਕੀ ਹੈ ਜਿਵੇਂ ਜੀ ਪਾਇਆ ਹੁੰਦਾ। ਰੱਬ ਕੋਈ ਖੇਡ ਨਹੀਂ ਹੈ। ਗੁਰੂ ਸਾਹਿਬ ਆਪ ਦੱਸਦੇ ਆ, ਕਹਿੰਦੇ ਤੇਰੀ ਕੀਮਤ ਦੱਸੀ ਨਹੀਂ ਜਾ ਸਕਦੀ, ਤੂੰ ਸੱਚਾ ਹੈ, ਨਿਰੰਕਾਰ ਹੈ, ਤੇਰਾ ਆਕਾਰ ਹੀ ਕੋਈ ਨਹੀਂ। ਇਹ ਤੇ ਅੱਜ ਸਾਇੰਸ ਵੀ ਮੰਨਦੀ ਆ ਨਾ ਵੀ ਆਹ ਜਿਹੜੀ ਸ੍ਰਿਸ਼ਟੀ ਹੈ ਇਹਦੇ ਬਾਰੇ ਕੀ ਜਾਣ ਸਕਦੇ ਆ। ਨਿਤ ਨਵੀਆਂ ਖੋਜਾਂ ਹੁੰਦੀਆਂ, ਨਵੀਆਂ ਗ੍ਰਹਿਾਂ ਦੀਆਂ ਖਗੋਲ ਵਿਗਿਆਨੀ ਕਰਦੇ ਆ, ਭੂਗੋਲ ਵਾਲੇ ਕਰੀ ਜਾਂਦੇ ਆ, ਨਿਤ ਨਵਾਂ ਹੀ ਲੱਭੀ ਜਾਂਦਾ ਹੈ। ਅਜੇ ਤੇ ਆ ਕੁਦਰਤ ਵਿੱਚ ਕੀ ਕੁਛ ਪਿਆ ਇਸ ਧਰਤੀ ਤੇ ਉਹ ਨਹੀਂ ਲੱਭਿਆ ਅਜੇ ਤੱਕ, ਬਾਕੀ ਕਿੱਥੇ ਕਿੱਥੇ ਕੀ ਹੈ ਕੌਣ ਜਾਣ ਸਕਦਾ। ਬਾਅਦ ਕਹਿੰਦੇ ਤੇਰੀ ਕੀਮਤ ਦੱਸੀ ਨਹੀਂ ਜਾ ਸਕਦੀ, ਤੇਰਾ ਨਾਮ ਮੈਂ ਕਿਵੇਂ ਦੱਸਾਂ, ਤੈਨੂੰ ਬਸ ਜਪਿਆ ਹੀ ਜਾ ਸਕਦਾ ਹੈ। ਕਿੱਡਾ ਅਸੰਖ ਪਰਮਾਤਮਾ ਹੈ। ਸਾਨੂੰ ਬਾਅਦ ਨੇ ਕਿਸੇ ਮੂਰਤੀ ਨਾਲ ਤਾਂ ਨਹੀਂ ਜੋੜਿਆ। ਐਵੇਂ ਨਾ ਕਹੀ ਜਾਇਆ ਕਰੋ ਸਿੱਖ ਮਹਾਨ ਧਰਮ ਹੈ, ਸਿੱਖ ਅਲੱਗ ਧਰਮ। ਅਲੱਗ ਤੇ ਮਹਾਨ ਇਹ ਤੇ ਛੋਟੀਆਂ ਚੀਜ਼ਾਂ ਨੇ। ਸਿੱਖ ਧਰਮ ਆ ਜਿਹੜਾ, ਉਹਨੂੰ ਕੱਲਾ ਧਰਮ ਨਾ ਮੰਨੋ। ਸਿੱਖ ਧਰਮ ਅਕਾਲ ਪੁਰਖ ਦਾ ਵਿਰਾਟ ਰੂਪ ਹੈ। ਜਿਹਨੇ ਉਹਦੀ ਸਿੱਖਿਆ ਨੂੰ ਧਾਰਨ ਕੀਤਾ ਉਹਦਾ ਰੂਪ ਹੋ ਗਿਆ, ਤੇ ਜਿਹਦਾ ਉਹਦਾ ਰੂਪ ਹੋ ਗਿਆ ਉਹਨੂੰ ਕੋਈ ਦੱਸ ਸਕਦਾ ਤੂੰ ਕਿੰਨਾ ਵੱਡਾ ਹੈ, ਤੂੰ ਕਿੰਨਾ ਡਾਢਾ ਹੈ। ਮਰਦ ਕਹਿੰਦੇ ਸੁਣ ਸੁਣ ਆਖਣ ਵੇਖਣਾ, ਤੈਨੂੰ ਲੋਕ ਸੁਣਦੇ ਵੀ ਆ, ਤੈਨੂੰ ਲੋਕ ਵੇਖਣ ਦੀਆਂ ਗੱਲਾਂ ਕਰਦੇ ਆ, ਪਰ ਤੂੰ ਕਿੱਡਾ ਵੱਡਾ ਹੈ ਇਹ ਕੋਈ ਆਖ ਨਹੀਂ ਸਕਦਾ। ਰਹਾਉ ਗੁੱਸਾ ਕਟਿਆ ਵਾਰ ਵਾਰ, ਪੀਸਣ ਪੀਸਾ ਪਾਏ। ਅਗਲੀ ਬੇਨਤੀ ਕਰਦੇ ਨੇ ਗੁੱਸਾ ਕਟਿਆ ਬਾਰ ਬਾਰ। ਗੁੱਸਾ ਨਾਮ ਹੈ, ਕੌਣ ਨਾਮ? ਕਹਿੰਦੇ ਮੇਰੇ ਸਰੀਰ ਨੂੰ ਲੱਖਾਂ ਜਨਮਾਂ ਦੇ ਵਿੱਚ, ਲੱਖਾਂ ਕਰੋੜਾਂ ਸਾਲਾਂ ਦੇ ਵਿੱਚ ਜੋ ਪਿੱਛੇ ਦੱਸਿਆ ਨਾ ਸਾਰਾ ਕੁਝ, ਉਹਨੂੰ ਲੈ ਕੇ ਉਹਦੇ ਕੋਈ ਕੈਂਚੀਆਂ ਨਾਲ, ਛੁਰੀਆਂ ਨਾਲ, ਲੋਹੇ ਦੀਆਂ ਧਾਤਾਂ ਨਾਲ ਕੱਟਿਆ, ਕੋਈ ਮੈਨੂੰ ਕੱਟੀ ਜਾਏ, ਵੱਢੀ ਜਾਏ, ਟੁਕੜੇ ਟੁਕੜੇ ਕਰਕੇ। ਗੁੱਸਾ ਕਟਿਆ ਬਾਰ ਬਾਰ, ਪੀਸਣ ਪੀਸਾ ਪਾਏ। ਕੋਈ ਮੈਨੂੰ ਚੱਕੀ ਵਿੱਚ ਪਾ ਕੇ ਪੀਸ ਦੇਵੇ, ਇੱਕ ਦਿਨ ਨਾ ਪੀਸੇ, ਕਰੋੜਾਂ ਸਾਲ ਪੀਸਦਾ ਰਵੇ। ਕਰੋੜਾਂ ਸਾਲ ਕੋਈ ਮੇਰਾ ਮਾਸ ਜਬੂਰਾ ਨਾਲ ਨੋਚਦਾ ਰਵੇ, ਮੈਨੂੰ ਬੰਦ ਬੰਦ ਕਰਕੇ ਕੋਈ ਕੱਟਦਾ ਰਹੇ। ਅੱਗੇ ਸੇਤੀ ਜਾਲਿਆ ਭਸਮ ਸੇਤੀ ਜਲ ਜਾਓ। ਮੈਂ ਕਰੋੜਾਂ ਸਾਲ ਅੱਗ ਵਿੱਚ ਸੜਦਾ ਰਵਾਂ, ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ। ਮੈਨੂੰ ਇਹਨਾਂ ਕਰੋੜਾਂ ਸਾਲਾਂ ਵਿੱਚ ਸਾੜ ਕੇ ਭਸਮ ਵਿੱਚ ਮਿਲਾ ਦਿਓ। ਛਾੜ ਦਵੇ ਕੋਈ ਮੇਰੀ ਆਖ। ਕਿੰਨੇ ਕਹਿਰੇ ਬਚਨ ਨੇ, ਕਦੇ ਸੋਚ ਸਕਦੇ ਆ ਇਸ ਅਵਸਥਾ ਤੱਕ ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਬੋਲ ਰਹੇ ਆ। ਇਹ ਬੋਲ ਵੀ ਉਸ ਪਰਮਾਤਮਾ ਦੇ ਨੇ, ਉੱਥੇ ਤੱਕ ਤੇ ਪਹੁੰਚਣਾ ਬੜੀ ਦੂਰ ਦੀ ਗੱਲ ਹੈ। ਵੱਡਿਆਂ ਭਾਗਾਂ ਵਾਲੇ ਉਹ ਸਿੱਖ ਨੇ ਜਿਨ੍ਹਾਂ ਨੂੰ ਧੁਰ ਕੀ ਬਾਣੀ ਸਹਿਜ ਪਾਠ ਦੇ ਰੂਪ ਵਿੱਚ ਪੜ੍ਹਨ ਨੂੰ ਮਿਲਦੀ ਹੈ। ਬਹੁਤ ਵੱਡੇ ਕਰਮ ਤੇ ਭਾਗ ਨੇ ਉਹਨਾਂ ਦੇ। ਬਾਕੀ ਤੇ ਮੇਰੇ ਵਰਗੇ ਧਰਮ ਦੀਆਂ ਗੱਲਾਂ ਜੀਆਂ ਕਰਕੇ ਧਰਮੀ ਸਾਬਤ ਕਰਦੇ ਫਿਰਦੇ ਵੀ ਮੈਂ ਪਤਾ ਨਹੀਂ ਕਿਹੜੀ ਤੋਪ ਆ ਜੀ ਮੈਂ ਗੁਰਦੁਆਰੇ ਜਾਣਾ, ਕੁਛ ਵੀ ਨਹੀਂ ਹੈ ਇਹ ਚੀਜ਼ਾਂ। ਜਦ ਤੱਕ ਬਾਣੀ ਨਹੀਂ ਪੜ੍ਹਦੇ, ਬਾਣੀ ਨਹੀਂ ਵਿਚਾਰਦੇ,
ਉਦੋਂ ਤੱਕ ਪੱਲੇ ਕੱਖ ਵੀ ਨਹੀਂ, ਕਿਉਂਕਿ ਬਾਣੀ ਵਿਚਾਰ ਪੜ ਕੇ ਸਮਝ ਆਉਂਦੀ ਆ। ਉਹ ਮਨਾ ਮੇਰਿਆ ਕਿਹੜੀ ਦੁਨੀਆ 'ਚ ਹੋਛੇਪਣ ਕਰਦਾ ਫਿਰਦਾ, ਵੇਖ ਬਾਣੀ ਦਾ ਇੱਕ ਅੱਖਰ ਕਿੱਥੇ ਝੂਠ ਮਾਰਦਾ। ਅੱਜ ਤੇ ਦੋ ਹੀ ਪੰਕਤੀਆਂ ਸੁਣੀਆਂ, ਅਰਥ ਕਿੰਨੇ ਗਹਿਰੇ ਮਰਦ ਕਰ ਰਹੇ ਆ। ਕਹਿੰਦੇ ਮੈਨੂੰ ਕੋਹ ਦਿਓ ਕੋਈ ਜੰਗੂਰਾਂ ਨਾਲ, ਮੇਰੇ ਸਰੀਰ ਨੂੰ ਕੋਈ ਅੱਗ ਵਿੱਚ ਪਾ ਕੇ ਸਾੜ ਦੇਵੇ, ਇੱਕ ਦਿਨ ਨਾ ਸਾੜੇ ਕਰੋੜਾਂ ਸਾਲਾਂ ਸਾੜੀ ਰੱਖੇ, ਮੇਰੀ ਭਸਮ ਬਣਾ ਕੇ ਸਵਾਹ ਬਣਾ ਕੇ ਮੈਨੂੰ ਕੋਈ ਛਾਣ ਦੇਵੇ। ਹੀ ਤੇਰੀ ਕੀਮਤ ਨਾ ਪਵੇ, ਹੋ ਕੇ ਵਡਿਆ ਖਾਨਾਓ। ਵੀ ਤੇਰੀ ਕੀਮਤ ਨਾ ਪਵੇ, ਹੋ ਕੇ ਵਡਿਆ ਖਾਨਾਓ। ਤੇਰੀ ਕੀਮਤ ਪਾਉਣੀ ਤੇ ਬੜੀ ਦੂਰ ਦੀ ਗੱਲ। ਵਾਹਿਗੁਰੂ ਮੇਰਿਆ ਮੈਂ ਤੇ ਵੀ ਨਹੀਂ ਦੱਸ ਸਕਦਾ ਤੇਰਾ ਨਾਮ ਕਿੰਨਾ ਵੱਡਾ। ਆਖੋ ਸਤਿਨਾਮ, ਉਹ ਨਹੀਂ ਕਿਹਾ ਜਾ ਸਕਦਾ, ਕਿੱਡਾ ਬੇਅੰਤ ਨਾਮ ਹੋਊਗਾ ਜੀ। ਇੱਥੇ ਤੇ ਗਣੇਸ਼ ਵਰਗੇ ਜਪਦੇ ਆ, ਸ਼ਿਵ ਵਰਗੇ ਜਪਦੇ ਆ, ਸ਼ੇਸ਼ ਨਾਗ ਵਰਗੇ ਕਰੋੜਾਂ ਨਾਮ ਨਿੱਤ ਰੱਖ ਕੇ ਜਪਦੇ ਆ। ਕਦੇ ਅੰਤ ਪਿਆ? ਤੇ ਮੇਰੇ ਵਰਗਾ 4 ਅੱਖਰ ਸਿੱਖ ਕੇ ਕਹਿ ਦਿੰਦਾ ਜੀ ਮੈਨੂੰ ਤੇ ਰੱਬ ਦਾ ਸਾਰਾ ਗਿਆਨ ਹੋ ਗਿਆ। ਇਹ ਭੁਲੇਖਾ ਹੈ। 7 ਜਨਮਾਂ ਦੀ ਗੱਲ ਛੱਡੋ, 700 ਜਨਮ ਲੈ ਕੇ ਵੀ ਗੁਰਬਾਣੀ ਦੀ ਵਿਚਾਰ ਪੜ੍ਹੀ ਜਾਇਓ, ਫਿਰ ਵੀ ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ ਜਿੱਥੇ ਗੁਰਬਾਣੀ ਸਮਝਾ ਰਹੀ ਹੈ। ਐਡਾ ਵੱਡਾ ਸਾਗਰ ਹੈ, ਸਾਗਰ ਵੀ ਛੋਟੇ ਨੇ, ਸਮੁੰਦਰ ਵੀ ਛੋਟੇ ਨੇ, ਗਿਆਨ ਬੜਾ ਵੱਡਾ ਹੈ। ਇਹ ਡੂੰਘੇ ਤਲ ਦੀਆਂ ਗੱਲਾਂ ਨੇ। ਮਹਾਰਾਜ ਕਹਿੰਦੇ ਤੇਰੇ ਨਾਮ ਦੀ ਮਹਿਮਾ ਮੈਂ ਕੀ ਲਿਖਾਂ। ਇਸੇ ਕਰਕੇ ਬਾਣੀ ਚ ਰੋਜ਼ ਪੜ੍ਹਦੇ ਹੋ, ਸੁਣ ਵੱਡਾ ਆਖਿਆ ਸਭ ਕੋਈ, ਕੀ ਵੱਡਾ ਡੀਠਾ ਹੋਏ। ਤੈਨੂੰ ਸਭ ਨੇ ਕਿਹਾ ਤੂੰ ਵੱਡਾ, ਪਰ ਕੋਈ ਐਸਾ ਜੰਮਿਆ ਨੇ ਤੱਕ ਜਿਹਨੇ ਕਿਹਾ ਹੋਵੇ ਮੈਂ ਵੇਖੋ ਰੱਬ ਇੰਨੇ ਫੁੱਟ ਦਾ ਜੀ, ਏਡਾ ਵੱਡਾ ਨਹੀਂ। ਕਿਸੇ ਨੇ ਨਹੀਂ ਵੇਖਿਆ ਤੂੰ ਕਿੰਨਾ ਵੱਡਾ ਹੈ। ਵੇਖਣ ਤੋਂ ਬਾਅਦ ਕੀ ਹੈ? ਐਡੀ ਸ਼ਕਤੀ ਨਹੀਂ ਹੈ। ਕਰੋੜਾਂ ਸੂਰਜਾਂ ਵਰਗਾ ਤੇਰਾ ਪ੍ਰਕਾਸ਼ ਹੈ, ਜਿਹਨੂੰ ਝੱਲਣ ਵਾਲੀ ਅੱਖ ਵੀ ਤੇ ਗੁਰੂ ਦੀ ਕਿਰਪਾ ਨਾਲੇ ਮਿਲਣੀ। ਆਖੋ ਸਤਿਨਾਮ। ਇੱਥੇ ਇੱਕ 100 ਵਾਟ ਦੀ LED ਵੇਖ ਲਈਏ ਨਾ, 10 ਵਾਟ ਦੀ, 5 ਮਿੰਟ ਭੰਗੂ ਤਾਰੇ ਦਿਸਦੇ ਰਹਿੰਦੇ ਆ। ਸੂਰਜ ਵੱਲ ਵੇਖੀਏ ਦਿਸਦਾ ਕੁਝ ਨਹੀਂ। ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਜੇ ਕੋਈ ਅੱਖ ਝੱਲ ਸਕਦੀ, ਕਿ ਬੰਦਗੀ ਵਾਲੇ ਮਹਾਂਪੁਰਖ ਦੱਸਦੇ ਹੁੰਦੇ ਜਿਹਨੂੰ ਵੇਖਿਆ, ਕਹਿੰਦੇ ਉਹ 1 ਸੈਕਿੰਡ ਨੈਨੋ ਸੈਕਿੰਡ ਦਾ ਝਲਕਾਰਾ ਵੀ ਇਹ ਸਰੀਰ ਤੋਂ ਝੱਲਿਆ ਨਹੀਂ ਜਾਂਦਾ, ਬਿਸੁਰਤ ਹੋ ਕੇ ਮਨੁੱਖ ਡਿੱਗ ਜਾਂਦਾ। ਏਡਾ ਵੱਡਾ ਪਰਮਾਤਮਾ। ਇੱਥੇ ਵੱਡਾ ਸ਼ਬਦ ਮੈਂ ਫਿਰ ਵਰਤਿਆ। ਆ ਵੱਡਾ ਸਾਡੇ ਅੱਖਰ ਨੇ ਗਿਣਤੀ ਦੇ, ਉਹ ਵੱਡਾ ਬੇਅੰਤ ਹੈ। ਕਹਿੰਦੇ ਤੇਰੀ ਕੀਮਤ ਨਾਮ ਦੀ ਨਹੀਂ ਦੱਸੀ ਜਾ ਸਕਦੀ। ਜਿਸ ਰੱਬ ਦੇ ਨਾਮ ਦੀ ਕੀਮਤ ਨਹੀਂ ਦੱਸੀ ਜਾ ਸਕਦੀ ਜੀ, ਫਿਰ ਉਹਦੀ ਕੀਮਤ ਹੋਊਗੀ। ਇੱਥੇ ਤੇ ਜੰਤਰ ਵੇਖਦੇ ਫਿਰਦੇ 1100 ਟੀਵੀ ਲਾ ਕੇ ਤੇ ਵੇਖੋ, ਫਲਾਣਾ ਸੁੱਖ ਜੰਤਰਾ ਲੈ ਲਓ ਜੀ, 1100 ਦਾ 11,000 ਦਾ ਸੁੱਖ ਆ ਜਾਣਗੇ। ਲੋਕ ਰੱਬ ਦਾ ਨਾਮ ਪਾ ਕੇ ਡੌਲਿਆਂ ਤੇ ਬੰਨੀ ਫਿਰਦੇ, ਕਹਿੰਦੇ ਜੀ ਆ ਬਸ ਸਾਡੇ ਬਾਬਾ ਜੀ ਨੇ ਸ਼ਬਦ ਦਿੱਤਾ ਸੀ ਔਖੀ ਘੜੀ ਨਾ ਦੇਖਣ ਦੇ, ਡੌਲੇ ਨਾ ਬੰਨਿਆ, ਜਪੀ ਨਾ, ਗੁਰਦੁਆਰੇ ਨਾ ਜਾਈ, ਪਾਠ ਨਾ ਕਰੀ, ਤੈਨੂੰ ਡੌਲੇ ਤੇ ਬੰਨਿਆ ਤਬੀਤ ਦਾਰ ਦੂ। ਆਖੋ ਸਤਿਨਾਮ। ਕਿਹੜੇ ਪਖੰਡਾਂ ਤੇ ਪਏ ਫਿਰਦੇ। ਹੈਰਾਨੀ ਦੀ ਗੱਲ ਹੈ, ਗੁਰੂ ਧਾਮਾਂ ਦੇ ਵਿੱਚ ਇਹ ਪਖੰਡ ਹੁੰਦੇ। ਇਹ ਕਦੋਂ ਆਉਂਦਾ ਆਪਾਂ ਨੂੰ ਗੁੱਸਾ? ਜਦੋਂ ਬਾਣੀ ਦੇ ਅਰਥ ਪੜ੍ਹਦੇ ਆ ਨਾ ਇੰਨੀ ਗਹਿਰੀ, ਫਿਰ ਵੇਖਦੇ ਹਾਂ ਦੁਨੀਆ ਉਸੇ ਭੇੜ ਚ ਆ ਕੇ ਤੁਰੀ ਫਿਰਦੀ ਹੈ। ਅਸੀਂ ਕਿੱਥੇ ਖੜੇ ਹਾਂ? ਸ਼ਰਮ ਆਉਂਦੀ ਸਾਨੂੰ ਆਪਣੇ ਹਾਲਾਤ ਵੇਖ ਕੇ। ਮੈਂ ਆਪਣੀ ਗੱਲ ਕਰਦਾ, ਅਸੀਂ ਇੱਥੇ ਖੜੇ ਹਾਂ। ਸਤਿਗੁਰ ਕਹਿੰਦੇ ਤੇਰੇ ਨਾਮ ਦੀ ਕੀਮਤ ਮੈਂ ਨਹੀਂ ਕਹਿ ਸਕਦਾ, ਇਹ ਮੇਰੀ ਰਸਨਾ ਤੋਂ ਗਾਈ ਜਾ ਨਹੀਂ ਸਕਦੀ। ਪੰਖੇ ਹੋਏ ਕੈ ਜੀ ਭਵਾਂ, ਸੈ ਅਸਮਾਨੀ ਜਾਓ। ਕਿੰਨੇ ਪਿਆਰ ਦੇ ਬਚਨ ਨੇ। ਕਹਿੰਦੇ ਪੰਖੀ ਨਾ ਪੰਛੀ, ਸੈ ਬਾਬਾ ਸੈ ਅਸਮਾਨੀ ਜਾਓ। ਪੰਛੀ ਬਣ ਕੇ ਕਰੋੜਾਂ ਸਾਲ ਬ੍ਰਹਿਮੰਡ ਵਿੱਚ, ਆਕਾਸ਼ ਵਿੱਚ ਭਵਾਂ ਭੌਂਦਾ ਫਿਰੀ ਜਾਵਾਂ, ਉਡਾਰੀਆਂ ਲਾਈ ਜਾਵਾਂ, ਖਾਣ ਦਾ ਮੰਨ ਲੈ ਹਵਾ ਉਡਾ ਕੇ ਕਰੋੜਾਂ ਜਨਮਾਂ ਦੇ ਵਿੱਚ, ਲੱਖਾਂ ਜਨਮਾਂ ਦੇ ਵਿੱਚ। ਸਹਿ ਅਸਮਾਨੀ ਜਾਓ। 100 ਅਸਮਾਨ ਵੱਡੇ ਤੋਂ ਵੱਡਾ ਵੀ ਕੋਈ ਹੋਵੇ, ਜਿਹਨੂੰ 7 ਕਹਿੰਦਾ, ਕੋਈ ਲੱਖ ਕਹਿੰਦਾ, ਬਲਕਿ ਲੱਖਾਂ ਦੇ ਵਿੱਚ ਜ਼ਿਕਰ ਕੀਤਾ ਨਾ। ਕਹਿੰਦੇ ਲੱਖਾਂ ਪਤਾਲਾਂ ਵਿੱਚ ਜਾ ਕੇ ਮੈਂ ਪੰਛੀ ਬਣ ਕੇ ਉੱਡਦਾ ਫਿਰਾਂ। ਸਤਿਨਾਮ ਸਤਿਨਾਮ, ਬਿਨਾਂ ਸਵਾਸ ਲਏ ਮੈਂ ਜਪਦਾ ਰਹਾ। ਤੇਰੇ ਬਾਰੇ ਕਹਿ ਸਕਦਾ ਤੂੰ ਕਿੱਡਾ ਵੱਡਾ ਹੈ। ਪੰਛੀ ਬਣ ਕੇ ਉੱਡਣਾ ਖੇਡ ਨਹੀਂ ਹੈ ਕੋਈ। ਗੁਰੂ ਸਾਹਿਬ ਆਪਣੀ ਬਿਰਤੀ ਕਰਕੇ ਇਹ ਬੇਨਤੀ ਕਰਦੇ ਨੇ, ਨਦਰੀ ਕਿਸੇ ਨਾ ਆਵੋ,
ਨਾ ਕਿਛ ਪੀਆ ਨ ਖਾਓ। ਹੁਣ ਤੇ ਮੈਂ ਖਾਣਾ ਪੀਣਾ ਵੀ ਛੱਡ ਦਿਆਂ, ਪੰਛੀ ਬਣ ਕੇ ਕਿਸੇ ਨੂੰ ਨਜ਼ਰ ਨਾ ਆਵਾਂ, ਇੰਨੀ ਰਫ਼ਤਾਰ ਹੋਵੇ ਮੇਰੀ, ਬਾਜਾਂ ਤੋਂ ਤੇਜ਼ ਰਫ਼ਤਾਰ ਹੋਵੇ, ਮੈਨੂੰ ਕੋਈ ਦੇਖ ਨਾ ਸਕਦਾ ਹੋਵੇ, ਐਡੀ ਤੇਜ਼ੀ ਨਾਲ ਮੈਂ ਬ੍ਰਹਿਮੰਡ ਵਿੱਚ ਉੱਡਾਂ, ਲੱਖਾਂ ਪਤਾਲਾਂ ਆਕਾਸ਼ਾਂ ਤੋਂ ਉਡਾਰੀਆਂ ਭਰਦਾ ਰਵਾਂ, ਕਦੇ ਧਰਤੀ ਤੇ ਆਇਆ, ਦੂਜੇ ਆਕਾਸ਼ ਚਲੇਗਾ, ਦੂਜੇ ਤੋਂ ਤੀਜੇ ਚਲੇ ਗਿਆ, ਰੱਬਾ ਰਸਨਾ ਤੋਂ ਮੈਂ ਵਾਹਿਗੁਰੂ 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 ਜਪੀ ਜਾਵਾਂ, ਸਤਨਾਮ ਸਤਨਾਮ ਸਤ ਕਰਤਾਰ ਜਪੀ ਜਾਵਾਂ। ਕਿੱਡਾ ਵੱਡਾ ਜ਼ਿਕਰ ਹੈ, ਧਰਤੀ ਦੇ ਨਾਮ ਇੱਥੇ ਨਾ ਬੈਠਾ ਵੀ ਜੇ ਮੈਂ ਜਲ ਵੀ ਛਕਿਆ ਤੇ ਤੂੰ ਭੁੱਲ ਜਾਏਗਾ, ਉਹ ਇੱਕ ਸੈਕਿੰਡ ਵੀ ਭੁੱਲਣਾ ਔਖਾ ਏ। ਜੇ ਮੈਂ ਕੁਝ ਖਾਧਾ ਵੀ, ਸਵਾਸ ਵੀ ਲਿਆ, ਮੈਂ ਤਾਂ ਵੀ ਤੈਨੂੰ ਵਿਸਾਰ ਸਕਦਾ। ਕਰੋੜਾਂ ਸਾਲਾਂ ਦੇ ਵਿੱਚ ਪੰਛੀ ਬਣ ਕੇ ਆਕਾਸ਼ ਵਿੱਚ ਉਡਾਰੀ ਭਰਾਂ, ਵੀ ਤੇਰੀ ਕੀਮਤ ਨਾ ਪਵੇ, ਹੋ ਕੇ ਵੜਿਆ ਖਾਨਾਓ। ਵੀ ਤੇਰੀ ਕੀਮਤ ਨਾ ਪਵੇ, ਹੋ ਕੇ ਵੜਿਆ ਖਾਨਾਓ। ਏ ਵਾਹਿਗੁਰੂ ਪਰਮਾਤਮਾ ਜੀ, ਤੇਰੀ ਕੀਮਤ ਕੌਣ ਪਾ ਸਕਦਾ ਤੇ ਤੇਰਾ ਨਾਮ ਕਿੰਨਾ ਵੱਡਾ ਇਹ ਕੌਣ ਕਹਿ ਸਕਦਾ ਹੈ। ਸਾਡੀ ਬਿਰਤੀ ਸਿਰਫ ਬ੍ਰਹਮ ਗਿਆਨੀ ਤੱਕ ਖੜੀ ਹੈ ਸਮਾਜ ਵਿੱਚ। ਬੱਸ ਤੇ ਵੇਖੋ ਪੂਰਨ ਬ੍ਰਹਮ ਗਿਆਨੀ, ਟਰੱਕ ਤੇ ਲਿਖਿਆ ਪੂਰਨ ਬ੍ਰਹਮ ਗਿਆਨੀ, ਇਸ਼ਤਿਹਾਰ ਤੇ ਪੂਰਨ ਬ੍ਰਹਮ ਗਿਆਨੀ। ਆਉਂਦਾ ਕੀ ਹੈ? ਉਹ ਜਿਹੜਾ ਬ੍ਰਹਮ ਗਿਆਨੀ ਬਣ ਗਿਆ ਨਾ, ਜਿਹਨੇ ਬ੍ਰਹਮ ਗਿਆਨ ਨੂੰ ਜਾਣਿਆ, ਇਹ ਸ਼ਬਦ ਉਹੀ ਗਾ ਸਕਦਾ, ਆਖੋ ਸਤਿਨਾਮ। ਇੱਥੇ ਮਰਦ ਕੀ ਕੁਝ ਲਿਖਦੇ ਆ, ਸੁਣ ਰਹੇ ਹੋ ਨਾ ਸਾਰਾ, ਧਿਆਨ ਦਿਓ ਬੜਾ ਜਿਹਾ। ਕਿੱਡਾ ਬੇਅੰਤ ਹੈ, ਤੇਰਾ ਨਾਂ ਨਹੀਂ ਜਪਿਆ ਜਾ ਸਕਦਾ। ਬ੍ਰਹਮ ਕੌਣ ਹੈ? ਬ੍ਰਹਮ ਨਾਮ ਪਰਮੇਸ਼ਰ ਦਾ ਹੈ। ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਉਹ ਬ੍ਰਹਮ ਗਿਆਨੀ ਹੈ। ਜਿਹਨੂੰ ਬ੍ਰਹਮ ਦਾ ਗਿਆਨ ਹੋਇਆ, ਫਿਰ ਮਰਦ ਕਹਿੰਦੇ ਜਿਹਨੂੰ ਗਿਆਨ ਹੋ ਗਿਆ ਉਹ ਬ੍ਰਹਮ ਗਿਆਨੀ ਆਪ ਪਰਮੇਸ਼ਰ ਵੀ ਹੈ, ਉਹਦੀ ਅੰਸ਼ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹਦਾ ਅਸਲ ਅਰਥ ਕੀ ਹੈ? ਵੀ ਅਕਾਲ ਪੁਰਖ ਪਰਮਾਤਮਾ ਆਪ ਬ੍ਰਹਮ ਗਿਆਨੀ ਹੈ, ਆਪ ਪਰਮੇਸ਼ਰ ਹੈ। ਤੇ ਮੇਰੇ ਵਰਗੇ ਨੇ ਵੇਖਿਆ ਵੀ ਲੋਕ ਅਨਪੜ੍ਹ ਨੇ, ਇਹਨਾਂ ਨੂੰ ਮੂਰਖਾਂ ਨੂੰ ਕੀ ਪਤਾ ਹੈ, ਨਾਮ ਜੇਬ ਲਿਆ। ਬ੍ਰਹਮ ਗਿਆਨੀ ਮਰਦਾ ਨਹੀਂ ਹੈ। ਸਤਿਗੁਰ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਇੱਥੇ ਤੇ ਬ੍ਰਹਮ ਗਿਆਨੀਆਂ ਦੀਆਂ ਬਰਸੀਆਂ ਰੋਜ਼ ਆਖੋ ਸਤਿਨਾਮ। ਕੋਈ ਸ਼ੂਗਰ ਨਾਲ ਗੱਡੀ ਚੜ ਗਿਆ, ਕੋਈ ਕੈਂਸਰ ਨਾਲ ਚੜ ਗਿਆ, ਇਹ ਕੌੜੀਆਂ ਗੱਲਾਂ, ਕਿਉਂਕਿ ਅਸੀਂ ਰੱਬ ਦੀ ਬਾਣੀ ਤੇ ਰੱਬ ਦੇ ਰੁਤਬੇ ਨੂੰ ਬੰਦੇ ਦੇ ਸਰੀਰ ਨਾਲ ਜੋੜ ਕੇ ਬਹਿ ਗਏ। ਤੇ ਦੂਜੇ ਪਾਸੇ ਮਹਾਰਾਜ ਇਹ ਵੀ ਕਹਿੰਦੇ ਆ, ਜਿਨ੍ਹਾਂ ਸਰੀਰਾਂ ਨੇ ਰੱਬ ਦਾ ਨਾਮ ਜਪਿਆ ਉਹ ਪੂਜਣਯੋਗ ਨੇ, ਉਹ ਮਹਾਨ ਨੇ, ਉਹ ਸੰਤ ਭਗਤ ਰੱਬ ਦੇ ਪਿਆਰੇ ਨੇ। ਪਰ ਬ੍ਰਹਮ ਗਿਆਨ ਗੁਰੂ ਨਾਨਕ ਸਾਹਿਬ ਕੋਲ ਹੀ ਹੈ। ਸਭ ਤੋਂ ਵੱਡੇ ਬ੍ਰਹਮ ਗਿਆਨੀ ਗੁਰੂ ਨਾਨਕ ਪਾਤਸ਼ਾਹ ਨੇ। ਜਿਸ ਬ੍ਰਹਮ ਗਿਆਨੀ ਨੇ ਬ੍ਰਹਮ ਨੂੰ ਜਾਣਿਆ ਤੇ ਉਹ ਜਾਫਰ ਬਾਬਾ ਬੁੱਢਾ ਜੀ ਸੀ, ਜਿਨ੍ਹਾਂ ਨੂੰ ਪਰਖ ਹੋ ਗਈ। ਫਿਰ ਗੁਰੂ ਸਾਹਿਬ ਨੇ ਆਪਣਾ ਰੂਪ ਉਹਨਾਂ ਨੂੰ ਬਣਾਇਆ, ਕਿੰਨੇ ਬਚਨ ਉਹਨਾਂ ਨੂੰ ਕਹਿ ਦਿੱਤੇ। ਅੱਜ ਉਸ ਪਰਮਾਤਮਾ ਦੇ ਸਨਮੁਖ ਸਮਕਸ਼ ਖੜ ਕੇ ਬਚਨ ਆਖਦੇ ਨੇ, ਕਹਿੰਦੇ ਮੈਂ ਤੇਰੀ ਕੀਮਤ ਦੱਸਾਂ ਜਾਂ ਗਿਣਾ, ਇਹ ਤੇ ਕਰੋੜਾਂ ਸਾਲਾਂ ਵਿੱਚ ਵੀ ਹਰ ਵੇਲੇ ਜਪ ਕੇ ਵੀ ਇੱਕ ਤਿਲ ਮਾਤਰ ਹੋ ਨਹੀਂ ਸਕਦਾ। ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੇ ਪਾਓ। ਐ ਰੱਬਾ ਮੇਰਿਆ, ਲੱਖਾਂ ਮਣ ਧਰਤੀ ਮੈਂ ਕਾਗਜ਼ ਬਣਾ ਦਾਂ, ਲੱਖਾਂ ਮਣ। ਭਗਤ ਕਬੀਰ ਜੀ ਦੇ ਵੀ ਬਚਨ ਨੇ, ਸਾਤ ਸਮੁੰਦਰ ਮਸ ਕਰੋ, ਬੜੇ ਪਿਆਰ ਚ ਲਿਖਦੇ ਆ। ਉਹ ਕਹਿੰਦੇ ਸਮੁੰਦਰਾਂ ਦੀ ਮੈਂ ਸ਼ਾਹੀ ਬਣਾ ਲਾਂ, ਕੱਲ ਨੂੰ ਗੁਰੂ ਬਣਾਏ, ਜੰਗਲਾਂ ਨੂੰ ਕੱਟ ਕੇ ਮੈਂ ਕਲਮਾ ਬਣਾ ਦਿਆਂ, ਸਾਰੀ ਧਰਤੀ ਉੱਤੇ ਮੈਂ ਗਣੇਸ਼ ਵਰਗਿਆਂ ਨੂੰ ਲਿਖਣ ਲਾ ਦਿਆਂ, ਸਰਸਵਤੀ ਵਰਗਿਆਂ ਨੂੰ ਗਾਉਣ ਲਾ ਦਿਆਂ। ਫਿਰ ਅੰਤ ਕੌਣ ਜਾਣ ਸਕਦਾ, ਲਿਖ ਸਕਦਾ ਹੈ? ਕਹਿੰਦੇ ਭਾਈ ਲੱਖਾਂ ਮਣਾ ਧਰਤੀ ਨੂੰ ਮੈਂ ਕਾਗਜ਼ ਬਣਾ ਦਿਆਂ। ਮਸੂ ਨਾਮ ਸਿਆਹੀ ਦਾ, ਕਹਿੰਦੇ ਸਮੁੰਦਰਾਂ ਦਾ ਜਿੰਨਾ ਪਾਣੀ ਹੈ, 7 ਸਮੁੰਦਰ ਇਕੱਲੇ ਨਹੀਂ, ਬ੍ਰਹਿਮੰਡ ਵਿੱਚ ਪਤਾ ਨਹੀਂ ਕਿੰਨੇ ਕੁ ਸਮੁੰਦਰ ਨੇ, ਕਿੰਨੀਆਂ ਧਰਤੀਆਂ ਨੇ, ਕਿੰਨੇ ਬ੍ਰਹਿਮੰਡ ਨੇ, ਕਿੰਨੀਆਂ ਗਲੈਕਸੀਆਂ। ਜਿੱਥੇ ਜਿੱਥੇ ਵੀ ਕੋਈ ਸਮੁੰਦਰ ਹੈ, ਜਿੱਥੇ ਜਿੱਥੇ ਵੀ ਕੋਈ ਜੰਗਲ ਹੈ, ਮੈਂ ਲਿਖਾਂ ਤੇਰੀ ਸਿਫਤ। ਕਿੰਨੀ ਦੇਰ? ਕਰੋੜਾਂ ਸਾਲ, ਕਰੋੜਾਂ। ਇੱਥੇ ਲਿਖਿਆ ਨਾ ਪਹਿਲਾਂ ਕੋਟ ਕੋਟੀ, 2 ਵਾਰ ਵਰਤ ਸ਼ਬਦ ਵਰਤੇ, ਕੋਟ ਨਾਮ ਕਰੋੜਾ, ਕੋਟੀ ਕਰੋੜਾਂ ਤੋਂ ਪਰੇ ਕਰੋੜਾਂ। ਮੇਰੀ ਆਰਜ਼ਾ, ਮੇਰੀ ਉਮਰ ਹੋ ਜੇ ਇੱਕ ਅੰਦਾਜ਼ਾ। ਪਵਨ ਪੀਣ ਆਪੇ ਆਓ, ਇਹ ਪਵਨ ਨੂੰ ਮੈਂ ਆਪਣਾ ਭੋਜਨ ਪਾਣੀ ਬਣਾਵਾਂ ਤੇ ਲਿਖਾਂ ਤੇਰੀ ਸਿਫਤ ਕਾਗਜ਼ ਤੇ, ਧਰਤੀਆਂ ਨੂੰ ਮੈਂ ਕਾਗਜ਼ ਬਣਾ ਲਾਂ, ਮਸੂ ਟੋਟ ਨਾ ਆਵੇ, ਸ਼ਾਹੀ ਨਾ ਮੁੱਕੇ 7 ਸਮੁੰਦਰਾਂ ਦੀ। ਜਿੰਨੀ ਬਨਸਪਤੀ ਵਿਸ਼ਵ ਦੇ ਵਿੱਚ ਲੱਗੀ, ਕੱਲਾ ਆ ਵਿਸ਼ਵ ਨਹੀਂ, ਖੰਡਾ ਬ੍ਰਹਮੰਡ ਨਾਮ ਦੀ, ਸਭ ਦੀ ਮੈਂ ਕਲਮ ਬਣਾ ਕੇ
ਤੇਰਾ ਜਸ ਲਿਖਣ ਲੱਗ ਜਾਵਾਂ। ਮਸੂ ਟੋਟ ਨਾ ਵਈ ਲੇਖਣ ਪੂਣ ਚਲਾਓ। ਤੇ ਲਿਖਣ ਲਾਵਾਂ ਮੈਂ ਇਸ ਹਵਾ ਨੂੰ, ਜਿਹੜੀ ਆ ਹਵਾ ਚੱਲਦੀ ਹੈ। ਹਵਾ ਦੇ ਕਿੰਨੇ ਰੂਪ ਨੇ ਸਮੁੰਦਰਾਂ 'ਚ ਵੇਖਿਓ, ਜਦੋਂ ਜਵਾਰ ਭਾਟੇ ਤੂਫਾਨ ਆਉਂਦੇ, ਅਸਲੀ ਹਵਾ ਉਹ ਹੈ। ਹਵਾ ਦੇ 5 ਰੂਪਾਂ 'ਚ ਸਾਡੇ ਸਰੀਰ ਵਿੱਚ ਵੀ, ਬ੍ਰਹਿਮੰਡ ਵਿੱਚ ਵੀ ਹੈ। ਹਵਾ ਕਰਕੇ ਜੀਵਨ ਹੈ। ਮਹਾਰਾਜ ਕਹਿੰਦੇ ਇਸ ਹਵਾ ਨੂੰ ਮੈਂ ਕਰੋੜਾਂ ਸਾਲ ਤੇਰਾ ਜਸ ਲਿਖਣ ਲਾਵਾਂ। ਬਸ ਇਹ ਲਿਖੀ ਜਾਣਾ ਹੈ, ਵਾਹਿਗੁਰੂ 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 ਸਤ 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 ਨਾਮ ਨਾਮ ਨਾਮ। ਕਹਿੰਦੇ ਸਭ ਕੁਝ ਲਿਖ ਕੇ, ਅਰਬਾਂ ਖਰਬਾਂ ਨਾਮ ਲਿਖ ਕੇ, ਤੇਰਾ ਅੰਤ ਕੌਣ ਜਾਣੇਗਾ? ਕੌਣ ਜਾਣੂਗਾ? ਕੋਈ ਨਹੀਂ। ਇੱਥੇ ਸ਼ਬਦ ਨਹੀਂ ਬੋਲਦਾ ਕੋਈ। ਐਡੀ ਡੂੰਘੀ ਅਵਸਥਾ ਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ ਆ ਉਸ ਅਕਾਲ ਪੁਰਖ ਦੇ ਤਾਈਂ। ਤੇ ਮੈਂ ਕਹਿੰਦਾ ਅਸੀਂ ਸਿੱਖਾਂ ਨੇ ਖੇਡ ਬਣਾਇਆ ਹੋਇਆ ਅਕਾਲ ਪੁਰਖ। ਜਿਹਨੂੰ ਮਰਜ਼ੀ ਪੁੱਛੋ, ਅਕਾਲ ਪੁਰਖ ਦੀ ਕਿਰਪਾ। ਤੇ 2 ਪਲ ਬਾਅਦ ਤੇ ਤੂੰ ਰੋਂਦਾ ਹੁੰਦਾ, ਮੈਨੂੰ ਘਾਟਾ ਪੈ ਗਿਆ। ਅਕਾਲ ਪੁਰਖ ਹੈ ਕੀ ਹੈ? ਕਦੇ ਪੁੱਛੋ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਜੀ ਨੂੰ। ਇੱਕ ਸ਼ਬਦ ਜ਼ਿੰਦਗੀ ਦੀਆਂ ਚੀਕਾਂ ਬਣਾ ਕੇ ਰੱਖ ਦਿੰਦਾ, ਲੀਕਾਂ ਤੇ ਚੀਕਾਂ। ਜੇ ਕਿਤੇ ਫਕੀਰ ਬਣ ਕੇ ਸੁਣੀ। ਮਤ ਕਹਿੰਦੇ ਆ ਹਵਾ ਨੂੰ ਮੈਂ ਲਿਖਣ ਵਾਸਤੇ ਲਾ ਦਿਆਂ, ਤੇਰੀ ਸਿਫਤ ਲਿਖੇ। ਵੀ ਤੇਰੀ ਕੀਮਤ ਨਾ ਪਵੇ ਹੋ ਕੇ ਵਡਿਆ ਖਾਨਾਓ। ਕਿੱਡਾ ਵੱਡਾ ਤੇਰਾ ਨਾਮ ਹੈ ਤੇ ਕੀਮਤ ਤੇਰੀ ਮੈਂ ਕੀ ਕਹਾਂ। ਇੱਕ ਹੁੰਦੀ ਕੀਮਤ ਦੁਨੀਆ ਤੇ ਦੁਰਲੱਭ, ਇੱਕ ਹੁੰਦੀ ਸੁਲੱਭ। ਦੁਰਲੱਭ ਚੀਜ਼ਾਂ ਉਹ ਨੇ ਜਿਵੇਂ ਕੋਹੀਨੂਰ ਹੀਰਾ ਹੈ, ਦੁਰਲੱਭ ਹੈ, ਇੱਕੋ ਹੀ ਹੈ। ਹਾਂ, ਕੋਈ ਕੰਟਰੀ ਉਹਦੀ ਕੀਮਤ ਤੈਅ ਕਰ ਸਕਦੀ ਹੈ ਵੀ ਇੰਨੇ ਬਿਲੀਅਨ ਡਾਲਰ ਦੇ ਦਿਓ ਤੁਸੀਂ ਲੈ ਜਾਓ। ਕੀਮਤ ਹੈ ਨਾ। ਹੀਰਿਆਂ ਦੀ ਕੀਮਤ, ਗਹਿਣਿਆਂ ਦੀ ਕੀਮਤ ਹੈ। ਵੱਡੇ ਵੱਡੇ ਕੰਟੀਨੈਂਟ, ਮਹਾਦੀਪਾਂ ਦੀ ਕੀਮਤ ਰੱਖੀ ਹੋਈ ਹੈ। ਹੋ ਸਕਦਾ ਕੋਈ ਅਮਰੀਕਾ ਖਰੀਦ ਲੇ, ਕੋਈ ਦੱਖਣੀ ਅਮਰੀਕਾ ਕੈਨੇਡਾ ਨੂੰ ਖਰੀਦ ਲੇ, ਕੋਈ ਆਸਟ੍ਰੇਲੀਆ ਖਰੀਦ ਲੇ। ਇਹੋ ਜਿਹੇ ਲੋਕ ਹੋਣ। ਮਤ ਨੇ ਲਿਖਿਆ ਹੋਇਆ ਸਾਰਾ ਕੁਝ ਵੀ ਬਾਣੀ ਵਿੱਚ। ਆਪਾਂ ਪੜ੍ਹਦੇ ਹਾਂ ਨਾ, ਜੇ ਜੁਗ ਚਾਰੇ ਯਾਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਦੌੜ ਚੱਲਾ ਸਭ ਕੋਈ। ਵੀ 9 ਖੰਡਾਂ 'ਚ ਜਾਏ ਦੁਨੀਆ ਤੇਰੇ ਨਾਲ ਤੁਰੇ ਫਿਰੇ। 9 ਖੰਡ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ। ਨਾਮ ਚੰਗਾ ਰਖਾ ਕੇ ਲੋਕਾਂ ਦੇ ਵਿੱਚ ਆਪਣੀ ਸਿਫਤ ਕਰਾਉਂਦਾ ਫਿਰ ਬੜਾ ਮਹਾਨ ਬੜਾ ਮਹਾਨ ਬੜਾ ਚੰਗਾ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ। ਜੇ ਤੂੰ ਉਹਦੀ ਨਜ਼ਰ ਵਿੱਚ ਨਹੀਂ ਆਇਆ ਨਾ, ਜਿੱਡਾ ਮਰਜੀ ਬਾਦਸ਼ਾਹ ਬਣ ਜਾ ਸ੍ਰਿਸ਼ਟੀ ਦਾ, ਮਰਦ ਕਹਿੰਦੇ ਕਿਸੇ ਦੇ ਬਾਤ ਦਰਗਾਹ 'ਚ ਨਹੀਂ ਪੁੱਛਣੀ। ਇੱਥੇ ਕਿੱਡੀ ਵੱਡੀ ਭਾਵਨਾ ਦਾ ਜ਼ਿਕਰ ਕਰਦੇ ਆ। ਰੱਬਾ ਮਿਲਿਆ ਤੇਰੀ ਸਿਫਤ ਕਰਦਾ ਰਵਾਂ, ਤੇਰੇ ਗੁਣ ਗਾਉਂਦਾ ਰਵਾਂ, ਤੇਰੀ ਮੈਂ ਕੀਮਤ ਦੱਸ ਹੀ ਨਹੀਂ ਸਕਦਾ। ਤੂੰ ਬੇਸ਼ਕੀਮਤੀ ਹੈ, ਬੇਸ਼ਕੀਮਤੀ। ਇਸੇ ਸ਼ਬਦ ਨੂੰ ਸਿੱਧ ਕੀਤਾ ਭਗਤ ਕਬੀਰ ਜੀਆਂ ਨੇ। ਇੱਕ ਅਮੀਰ ਆ ਗਿਆ, ਕਹਿੰਦਾ ਮਹਾਂਪੁਰਖੋ ਤੁਸੀਂ ਬੜੇ ਖੁਸ਼ ਰਹਿੰਦੇ ਹੋ, ਖੁਸ਼ੀ ਦੇ ਦਿਓ। ਕਹਿੰਦੇ ਭਾਈ ਸਾਡੇ ਕੋਲ ਕੀ ਹੈ, ਨਾ ਘਰ ਚੱਜਦਾ, ਨਾ ਬਾਹਰ ਚੱਜਦਾ, ਨਾ ਪਰਿਵਾਰ ਚੱਜਦਾ। ਭਗਤ ਕਬੀਰ ਕਹਿੰਦਾ ਨਹੀਂ ਜੀ, ਕੁਛ ਵੀ ਹੋਵੇ ਜਿਹੜਾ ਆਨੰਦ ਤੁਹਾਡੇ ਕੋਲ ਹੈ, ਜਿਹੜੀ ਖੁਸ਼ੀ ਤੁਹਾਡੇ ਕੋਲ, ਉਹ ਕਹਿੰਦੇ ਨਾਮ ਕਰਕੇ। ਕਹਿੰਦੇ ਫਿਰ ਨਾਮ ਦੇ ਦਿਓ। ਕਹਿੰਦੇ ਭਾਈ ਇਹ ਬਹੁਤ ਮਹਿੰਗਾ ਹੈ। ਉਹਨੇ ਸ਼ਬਦ ਰੱਖੇ। ਅਮੀਰ ਬੰਦਾ ਸੀ, ਸੋਨੇ ਦੇ ਥਾਲ ਭਰ ਕੇ ਰੱਖ ਤੇ ਗੱਡੇ ਭਰ ਲਿਆ। ਕਹਿੰਦਾ ਚੱਕੋ ਜੀ ਫਿਰ ਦੇ ਦਿਓ। ਭਗਤ ਕਬੀਰ ਜੀ ਨੂੰ ਕਹਿਣਾ ਪਿਆ ਆਹ ਸ਼ਬਦ। ਉਹਨਾਂ ਨੇ ਫਿਰ ਉੱਥੇ ਟ੍ਰਾਂਸਲੇਟ ਕੀਤਾ ਹੈ, ਕੰਚਨ ਸਿਉ ਪਾਈਐ ਨਹੀਂ ਤੋਲ। ਕਹਿੰਦੇ ਸੋਨੇ ਦੇ ਨਾਲ ਰੱਬ ਨਹੀਂ ਤੋਲਿਆ ਜਾ ਸਕਦਾ। ਭਾਈ ਜਿੱਡਾ ਮਰਜ਼ੀ ਕੀਮਤੀ ਸੋਨਾ ਹੋਵੇ ਪਦਾਰਥ ਹੋਣ, ਕਿਵੇਂ ਮਿਲੂਗਾ? ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਆ ਸੁੱਖਾ ਖੁਸ਼ੀ ਅਸੀਂ ਆਪਣਾ ਮਨ ਰੱਬ ਨੂੰ ਵੇਚ ਕੇ ਖਰੀਦੇ। ਆਖੋ ਸਤਨਾਮ ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚਣਾ ਪਏ। ਅਸੀਂ ਕੀ ਵੇਚਦੇ ਫਿਰਦੇ? ਮੈਂ ਗੁਰੂ ਦੀ ਖੁਸ਼ੀ ਵਾਸਤੇ ਗੱਡੀ ਵੇਚਦੀ, ਮੈਂ ਆਹ ਚੀਜ਼ ਵੇਚਤੀ, ਮੈਂ ਉਹ ਛੱਡਤਾ ਜੀ, ਹੁਣ ਗੁਰਦੁਆਰੇ ਜਾਣ ਲੱਗ ਗਿਆ, ਮੈਂ ਨੌਕਰੀ ਛੱਡਤੀ ਗੁਰੂ ਲਈ। ਅਸੀਂ ਇੱਥੇ ਖੜੇ ਆ। ਮਰਦ ਕਹਿੰਦੇ ਕੁਝ ਨਾ ਛੱਡ, ਮਨ ਦੀ ਹਉਮੈ ਛੱਡ ਕੇ ਆ, ਵੇਚ ਕੇ ਆ। ਬੜੇ ਪਿਆਰ ਚ ਗੁਰੂ ਸਾਹਿਬ ਲਿਖ ਰਹੇ ਆ। ਕਹਿੰਦੇ ਤੇਰੀ ਬੇਸ਼ਕੀਮਤ ਨੂੰ ਕੀਮਤ ਦੇ ਵਿੱਚ ਮੈਂ ਕਿਵੇਂ ਗਣਾ। ਦੋਹਰ ਪਾਰ ਬ੍ਰਹਮ ਬਿਗਸੇ ਸੁਨਤ ਮੰਤਰ ਦੀਨ ਗੁਰ ਹੋਏ। ਜਦੋਂ ਅਕਾਲ ਪੁਰਖ ਪਰਮਾਤਮਾ ਨੇ ਸੱਚੀ ਸਿਫਤ ਸੁਣੀ, ਪਰਮੇਸ਼ਵਰ ਪਿਆਰੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ। ਔਰ ਕਿੰਨਾ ਪਿਆਰ ਗੁਰੂ ਸਾਹਿਬ ਦੀ ਰਸਨਾ ਤੇ ਹੈ। ਕਿੱਡੇ ਵੱਡੇ ਭਾਗ ਸਾਡੇ ਨੇ ਜਿਨ੍ਹਾਂ ਨੂੰ ਰੱਬ ਵੀ ਗੁਰੂ ਨਾਨਕ ਰੂਪ ਚ ਮਿਲਿਆ। ਆਖੋ ਸਤਨਾਮ। ਮਾੜੀ ਕਿਸਮਤ ਆ ਉਹਨਾਂ ਲੋਕਾਂ ਦੀ ਜਿਹੜੇ ਸਿੱਖਾਂ ਘਰ ਜੰਮ ਕੇ ਸਿੱਖ ਨਹੀਂ ਮੰਨਦੇ। ਦੂਜੇ ਦੀ ਤੇ ਗੱਲ ਨਹੀਂ, ਸਿੱਖਾਂ ਘਰ ਜੰਮ ਕੇ ਸਿੱਖ ਨਹੀਂ ਬਣੇ, ਅੰਮ੍ਰਿਤ ਨਹੀਂ ਛਕਿਆ,
ਗੁਰੂ ਵਾਲੇ ਨਹੀਂ ਬਣੇ, ਪਤਾ ਨਹੀਂ ਕਿਹੜੇ ਮਾੜੇ ਕਰਮ ਉਹਨਾਂ ਲੋਕਾਂ ਦੇ ਨੇ। ਸੁਣੋ ਸ਼ਬਦ, ਕਹਿੰਦੇ ਜਦੋਂ ਇਹ ਅਮਰਤ ਬਚਨ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਸੁਣਿਆ, ਅਕਾਲ ਪੁਰਖ ਪ੍ਰਸੰਨ ਹੋ ਗਏ। ਪ੍ਰਸੰਨ ਆਪਣੇ ਨਿੱਜੀ ਸਰੂਪ ਉਤੇ, ਸਰਗੁਣ ਸਰੂਪ ਉਤੇ ਬਖਸ਼ਿਸ਼ ਕਰਨ ਲੱਗੇ ਨੇ। ਸ੍ਰੀ ਨਾਨਕ ਧਾਰ ਕਰਿਓ ਵਰਨ ਸੁਨਾਵੋ ਸੋਏ। ਉਸ ਵੇਲੇ ਪਰਮੇਸ਼ਵਰ ਜੀ ਆਖਣ ਲੱਗੇ, ਨਾਨਕ ਜੀ ਤੁਹਾਡੇ ਪਿਆਰ ਦੇ ਬੋਲਾਂ ਨੂੰ ਅਸੀਂ ਸੁਣਿਆ, ਇਹ ਰੱਬ ਤੇ ਗੁਰੂ ਸਾਹਿਬ ਦੀ ਚਰਚਾ ਚੱਲ ਰਹੀ ਹੈ। ਆਓ ਮੈਂ ਤੁਹਾਨੂੰ ਆਪਣਾ ਮੰਤਰ ਦਿਆਂ। ਮੰਤਰ ਕਿਸੇ ਖਾਸ ਨੂੰ ਦਿੱਤਾ ਜਾਂਦਾ। ਮੰਤਰ ਕੀ ਹੈ? ਪਾਸਵਰਡ। ਤੁਹਾਡੇ ਕੋਲ ਲੋਕਰ ਹੈ, ਲੋਕਰ ਦੀ ਚਾਬੀ ਕਿਹਦੇ ਕੋਲ ਹੈ? ਤੁਹਾਡਾ ਖਾਸ ਹੈ। ਤੁਹਾਡੇ ਕੋਲ ਫੋਨ ਹੈ, ਤੁਸੀਂ ਉਹ ਆਪਣਾ ਪਾਸਵਰਡ ਕਿਹਨੂੰ ਦੋਗੇ? ਜੋ ਤੁਹਾਡਾ ਖਾਸ ਹੈ, ਜਿਹਦੇ ਤੁਹਾਨੂੰ ਯਕੀਨ ਹੈ। ਅਕਾਲ ਪੁਰਖ ਪਰਮਾਤਮਾ ਨੇ ਆਪਣਾ ਮੰਤਰ, ਕਿਉਂਕਿ ਮੰਤਰ ਸ਼ਬਦ ਦਾ ਜਿਹੜਾ ਇਹ ਸੰਸਕ੍ਰਿਤ ਦਾ ਹੈ, ਇਹਦਾ ਅਰਥ ਕੀ ਹੈ? ਸੀਕ੍ਰੇਟ ਕੋਡ, ਜੋ ਸਿਰਫ ਤੁਹਾਡੀ ਜ਼ਿੰਦਗੀ 'ਚ ਚੱਲਦਾ ਹੈ, ਡੀਕੋਡ ਕੀਤਾ ਜਾਂਦਾ ਹੈ। ਦੁਨੀਆ 'ਚ ਬੜੇ ਬੜੇ ਮੰਤਰ ਨੇ। ਆ ਕੰਪਿਊਟਰ ਦਾ ਸਿਸਟਮ ਹੈ, ਜੋ ਇੰਟਰਨੈਟ ਚੱਲਦਾ ਹੈ, ਇਹ ਡੀਕੋਡ ਕਰਦੀ ਹੈ ਸਿਸਟਮ, ਜੋ ਡਿਵਾਈਸ ਹੁੰਦਾ ਹੈ। ਅਸੀਂ ਨਹੀਂ ਪੜ੍ਹ ਸਕਦੇ ਉਹ ਵਿਦਿਆ, ਉਸ ਲੈਂਗੁਏਜ ਨੂੰ। ਸਿਰਫ ਸਾਡੇ ਸਾਹਮਣੇ ਤੇ ਆਉਂਦਾ ਨਾ ਓਪਨ, ਇੱਕ ਕਲਿੱਕ ਕੀਤਾ ਓਪਨ ਹੋ ਗਿਆ। ਉਸ ਓਪਨ ਕਰਨ ਵਾਸਤੇ ਕੰਪਿਊਟਰ ਦੀ ਲੈਂਗੁਏਜ ਪੜ੍ਹ ਕੇ ਵੇਖੋ, ਲੱਖਾਂ ਅੱਖਰਾਂ ਨੇ ਉਹਨੂੰ ਸੰਦੇਸ਼ ਦੇਣਾ, ਤਾਂ ਖੁੱਲ੍ਹਦਾ ਹੈ, ਡੀਕੋਡ ਹੋਇਆ। ਅਕਾਲ ਪੁਰਖ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਮੰਤਰ ਬਖਸ਼ਿਸ਼ ਕੀਤਾ। ਉਹ ਮੰਤਰ ਗੁਰੂ ਨੇ ਲੁਕੋਇਆ ਨਹੀਂ। ਆ ਡੇਰਿਆਂ 'ਚ ਜਾ ਕੇ ਵੇਖੋ ਕੀ ਕਹਿੰਦੇ ਆ, ਕੰਨਾਂ ਵਾਟੀ ਗੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ। ਕਹਿੰਦੇ ਆ ਤੈਨੂੰ ਮੈਂ 5 ਨਾਮ ਦੇਣ ਲੱਗੇ, ਜੇ ਅੱਗੇ ਦੱਸਿਆ ਤੈਨੂੰ ਕੋਡ ਪਊ। ਪਰ ਬਾਬੇ ਨੂੰ ਕੰਨ ਤੋਂ ਫੜ ਦੋ ਉੱਥੇ ਕਿ ਬਾਬਾ ਮੈਨੂੰ ਦੱਸਿਆ ਕੋਡ ਪੈ ਜੂ, ਤੇਰਾ ਕੀ ਬਣੂ ਜਿਹਨੇ ਲੱਖਾਂ ਨੂੰ ਦੱਸਦਾ। ਨਾਮ ਮੈਂ ਇਹੋ ਜਿਹੇ ਨਾਮ ਤੋਂ ਕੀ ਲੈਣਾ ਜਿਹੜਾ ਕੋੜੀ ਬਣਾਉਂਦਾ। ਬਈ ਸਾਡੇ ਗੁਰੂ ਦਾ ਨਾਮ ਵੇਖੋ, ਗੁਰੂ ਸਾਹਿਬ ਨੂੰ ਜਿਹੜਾ ਮੰਤਰ ਮਿਲਿਆ ਅਸੀਂ ਰੋਜ਼ ਪੜ੍ਹਦੇ ਹਾਂ। ਰੋਜ਼ ਬਖਸ਼ਿਸ਼ ਹੈ, ਨਿਤ ਦੀ ਬਖਸ਼ਿਸ਼ ਹੈ। ਛੁਪਾਇਆ ਨਹੀਂ ਗੁਰੂ ਨੇ ਆਪਣੇ ਪਿਆਰੇ ਜਾਨੋ ਸਿੱਖ ਤੋਂ। ਅਕਾਲ ਪੁਰਖ ਜੀ ਨੇ ਉਸ ਵੇਲੇ ਮੰਤਰ ਬਖਸ਼ਿਸ਼ ਕੀਤਾ ਏ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਹ ਪਿਆਰ ਦਾ ਮੰਤਰ ਗੁਰੂ ਸਾਹਿਬ ਨੂੰ ਬਖਸ਼ਿਸ਼ ਅਕਾਲ ਪੁਰਖ ਨੇ ਕੀਤਾ। ਸੋ ਸਭਾ ਸਿਰਫ 5 ਮਿੰਟ ਦਾ ਆਪਾਂ ਇਹਦੇ ਸੂਖਸ਼ਮ ਅੱਖਰ ਗਿਆ। ਇੱਕ ਓੰਕਾਰ, ਅਕਾਲ ਪੁਰਖ ਇੱਕ ਹੈ, ਗਿਣਤੀ ਦਾ ਇੱਕ ਨਹੀਂ ਹੈ ਵੀ ਤੂੰ ਇੱਕ ਹੈ, ਅਨੇਕਤਾ ਦਾ ਇੱਕ ਹੈ। ਓੰਕਾਰ ਪੂਰੇ ਬ੍ਰਹਿਮੰਡ ਦਾ ਤੂੰ ਪਸਾਰਾ ਹੈ, ਤੂੰ ਬਣਾਉਣ ਵਾਲਾ ਹੈ। ਸਤਨਾਮ, ਤੇਰਾ ਨਾਮ ਕਦੇ ਨਾਸ਼ ਨਹੀਂ ਹੁੰਦਾ। ਕਰਤਾ, ਤੂੰ ਸਭ ਕੁਝ ਕ੍ਰੀਏਟ ਕਰਨ ਵਾਲਾ ਹੈ। ਕਰਤਾ ਪੁਰਖ, ਸਭ ਕੁਝ ਬਣਾ ਕੇ ਉਹਦੇ ਵਿੱਚ ਆਪ ਵਸਦਾ ਹੈ। ਕੋਈ ਵਸਦਾ ਕੁਝ ਬਣਾ ਕੇ, ਤੂੰ ਵਸਦਾ। ਨਿਰਭਉ, ਤੈਨੂੰ ਕਿਸੇ ਦਾ ਭਾਉ ਡਰ ਨਹੀਂ ਹੈ। ਨਿਰਵੈਰ, ਤੇਰਾ ਕਿਸੇ ਨਾਲ ਵੈਰ ਵੀ ਨਹੀਂ। ਆਖੋ ਸਤਨਾਮ। ਸਾਡੇ ਤੇ ਧਰਮਾਂ ਦੇ ਵੈਰ ਬੜੇ, ਅਸੀਂ ਤੇ ਇੱਕ ਦੂਜੇ ਦੇ ਸਿਰ ਪਾੜਦੇ ਫਿਰਦੇ ਆ। ਲੈ ਧਰਮਾਂ ਦੀ ਗੱਲ ਛੱਡੋ, ਆਪਸ 'ਚ ਹੀ ਲੜੀ ਜਾਂਦੀ ਆ। ਟਕਸਾਲੀ ਹੈ, ਆ ਮਿਸ਼ਨਰੀ ਹੈ, ਆ ਡੇਰੇ ਵਾਲਾ, ਨਾਨਕਸਰੀ ਆਪਣਾ। ਸਾਡੇ ਕਿਹੜੇ ਧਰਮ ਪਏ? ਬਾਣੀ ਦੀ ਕਹਿੰਦੀ ਨਿਰਵੈਰ, ਤੂੰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ। ਅਕਾਲ ਮੂਰਤ, ਕਾਲ ਤੋਂ ਰਹਿਤ ਤੇਰੀ ਮੂਰਤ ਹੈ। ਅਜੂਨੀ, ਤੂੰ ਕਿਸੇ ਜੋੜ ਵਿੱਚ ਨਹੀਂ ਹੈ। ਤੈਨੂੰ ਜਪਣ ਵਾਲੇ ਦੀ ਵੀ 84 ਕੱਟੀ ਜਾਂਦੀ ਹੈ। ਸੈਭੰ, ਤੈਨੂੰ ਕਿਸੇ ਨੇ ਨਹੀਂ ਬਣਾਇਆ। ਸੈਭੰ ਆਪਣੇ ਆਪ ਤੋਂ ਹੈ, ਸੈਲਫ ਕ੍ਰੀਏਟਡ ਹੈ। ਤੈਨੂੰ ਬਣਾਉਣ ਵਾਲਾ ਕੋਈ ਨਹੀਂ ਹੈ, ਨਾ ਤੇਰਾ ਪਿਤਾ ਨਾ ਤੇਰੀ ਮਾਂ ਕੋਈ ਰੱਬਾ, ਤੂੰ ਆਪਣੇ ਆਪ ਤੋਂ ਹੈ। ਗੁਰ ਪ੍ਰਸਾਦ, ਤੇਰੀ ਪ੍ਰਾਪਤੀ ਜੋ ਉੱਪਰ ਦੱਸਿਆ ਗੁਰੂ ਦੀ ਕਿਰਪਾ ਬਿਨਾਂ ਨਹੀਂ ਹੁੰਦੀ। ਆਖੋ ਸਤਨਾਮ। ਜਾ ਕੇ ਆਉਂਦਾ ਗੁਰੂ ਨਾਨਕ ਸਾਹਿਬ ਨੂੰ ਦੇਤਾ। ਰੱਬ ਜੀ ਕਹਿੰਦੇ ਮੈਂ ਬੇਸ਼ੱਕ ਐਡਾ ਵਿਸ਼ਾਲ ਆ, ਮੇਰੀ ਕੋਈ ਕੀਮਤ ਨਹੀਂ ਜਾਣ ਸਕਦਾ, ਮੇਰਾ ਕੋਈ ਨਾਮ ਪ੍ਰੋਪਰ ਨਹੀਂ ਜਪ ਸਕਦਾ, ਪਰ ਜੀਤੇ ਗੁਰੂ ਦੀ ਕਿਰਪਾ ਹੋਗੀ ਉਹ ਚ ਉਪਰੋਕਤ ਸਾਰੇ ਗੁਣ ਆ ਜਾਣੇ। ਆਖੋ ਸਤਨਾਮ। ਬਾਬੇ ਗੁਰੂ ਨਾਨਕ ਸਾਹਿਬ ਨੂੰ ਕਿੱਡੀ ਵੱਡੀ ਬਖਸ਼ਿਸ਼ ਹੈ। ਉਹ ਰੱਬ ਬਾਰੇ ਮਰਦ ਕਹਿੰਦੇ ਮੈਂ ਕਰੋੜਾਂ ਸਾਲਾਂ ਦੇ ਵਿੱਚ ਤੇਰਾ ਨਾਮ ਨਹੀਂ ਕਹਿ ਸਕਦਾ। ਕਿੱਡਾ ਵੱਡਾ ਹੈ, ਕਿੱਡਾ ਵੱਡਾ ਹੈ। ਪਰ ਇੱਕ ਮੰਤਰ ਪਰਮਾਤਮਾ ਜੀ ਨੇ ਦਿੱਤਾ। ਕਹਿੰਦੇ ਮੇਰੀ ਸਿਫਤ ਇਸ ਮੰਤਰ ਨਾਲ ਕਰ ਲੈ, ਜਿਹੜਾ ਸਿੱਖ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਜਪਦਾ, ਕਾਲ ਵੀ ਨੇੜੇ ਨਹੀਂ ਆਉਂਦਾ। ਆਖੋ ਸਤਨਾਮ।
ਉਹ ਅਲੱਗ ਗੱਲ ਆ ਜੀ, ਸਾਨੂੰ ਭਰੋਸਾ ਨਹੀਂ। ਸਾਨੂੰ ਕਿਸੇ ਬਾਬੇ ਦੇ ਧਾਗੇ ਤਬੀਬ ਤੇ ਬੜਾ ਭਰੋਸਾ ਹੈ। ਉਹ ਕਾਲੇ ਘੋਲ ਘੰਡੇ ਜੇ ਪਾਏ, ਜਿਵੇਂ ਡਾਕਟਰ ਪਰਚੀ ਲਿਖ ਕੇ ਦਿੰਦਾ ਨਾ ਮੈਡੀਕਲ ਵਾਲੇ ਨੂੰ ਵੀ ਮੈਂ ਤੇ ਲੁੱਟ ਲਿਆ ਤੂੰ ਲੁੱਟ ਲਾ, ਉਹੋ ਜਿਹਾ ਕੰਮ ਕੀਤਾ ਹੁੰਦਾ ਹੈ ਤੇ ਉਹਦੇ ਲੋਕ ਬੜੇ ਖੁਸ਼ ਆ, ਕਹਿੰਦੇ ਬਸ ਤਬੀਬ ਪਾਇਆ ਕੰਮ ਹੋ ਜੂਗਾ, ਹੁਣ ਨਹੀਂ ਡਰ ਲੱਗਦਾ। ਜਿਹਨੇ ਆਹ ਮੰਤਰ ਜਪ ਲਿਆ, ਮਰਦ ਕਹਿੰਦੀ ਨਿਰਭਉ, ਤੈਨੂੰ ਡਰ ਜ਼ਮਾਨੇ 'ਚ ਕਿਸੇ ਦਾ ਨਹੀਂ, ਤੇਰਾ ਵੈਰ ਕਿਸੇ ਨਾਲ ਨਹੀਂ। ਤੇ ਮੈਂ ਕਹਿੰਦਾ ਸਾਡਾ ਤੇ ਮਿੱਤਰੇ ਕੋਈ ਨਹੀਂ ਆ, ਸਾਡਾ ਨਾਮ ਪੜ੍ਹਦੇ ਵੀ ਰੋਜ਼ ਆ, ਵੈਰ ਵੀ ਢੋਦੇ ਵਾਲਾ ਸਾਡਾ ਅਸਰ ਨਹੀਂ ਨਾ ਹੋਇਆ, ਇੰਪਲੀਮੈਂਟ ਨਹੀਂ ਨਾ ਹੋਇਆ ਜੀਵਨ 'ਚ। ਤੇ ਗੁਰੂ ਸਾਹਿਬ ਨੂੰ ਇਸ ਮੰਤਰ ਦੀ ਬਖਸ਼ਿਸ਼ ਕੀਤੀ ਹੈ। ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਇਹ ਦਾਤ ਬਖਸ਼ੀ ਹੈ। ਸਵਈਆ ਬਹਰੋ ਧਨ ਊਰ ਗੰਭੀਰ ਪਨੈ, ਤਜੀਏ ਕ੍ਰਿਤ ਕੋ ਬਿਦਤਾਵੋ ਜਾਈ। ਜਿਸ ਵੇਲੇ ਇਹ ਮੰਤਰ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤਾ, ਝੋਲੀ ਅੱਡ ਗੁਰੂ ਸਾਹਿਬ ਨੇ ਮੰਤਰ ਝੋਲੀ ਪਵਾਇਆ, ਨਮਸਕਾਰ ਪਰਮੇਸ਼ਵਰ ਨੂੰ ਕੀਤੀ ਤੇ ਅਕਾਲ ਪੁਰਖ ਹੱਸ ਕੇ ਕਹਿੰਦੇ ਨਾਨਕ ਜੀ ਜਾ ਕੇ ਧਰਤੀ ਤੇ ਮੋਤੀ ਖਾਨਾ ਛੱਡ ਦਿਓ, ਆਖੋ ਸਤਨਾਮ ਛੱਡ ਦਿਓ। ਆ ਜੋ ਤੁਹਾਨੂੰ ਮੰਤਰ ਦਿੱਤਾ, ਇਹਦਾ ਛਿੱਟਾ ਬ੍ਰਹਿਮੰਡ ਵਿੱਚ ਸ੍ਰਿਸ਼ਟੀ ਵਿੱਚ ਦਿਓ। ਸਮਾਂ ਸਮਾਪਤ ਹੈ ਜੀ। ਬੜੀ ਪਿਆਰੀ ਕਥਾ ਗੁਰੂ ਸਾਹਿਬ ਦੀ ਚੱਲ ਰਹੀ ਹੈ। ਦੇਖੋ ਜਿਹੜੇ ਅਵਸਥਾ ਵਾਲੇ ਗੁਰਮੁਖ ਪਿਆਰੇ ਆ ਨਾ, ਜਿਹਨਾਂ ਨੂੰ ਆਨੰਦ ਆਉਂਦਾ ਅੰਦਰੋਂ, ਉਹਨਾਂ ਲਈ ਤੇ ਸੱਚਖੰਡ ਤੋਂ ਸਵਰਗ ਤੋਂ ਘੱਟ ਨਹੀਂ ਹੈ। ਮਹਾਰਾਜ ਕਿਰਪਾ ਕਰਦੇ ਰਹਿਣ। ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਜੁੜ ਕੇ ਆਪਾਂ ਇਸ ਪਾਵਨ ਇਤਿਹਾਸ ਦਾ ਆਨੰਦ ਮਾਣਨਾ ਹੈ। ਵਾਹਿਗੁਰੂ।